ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਤੋ ਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨਾ। ਤੋ ਸੋ ਨਾ ਦਿਆਲ, ਦੁਖੀ ਮੋਸੋ ਨਾ ਅਲਾਈਏ। ਮੋਸੋ ਨਹੀਂ ਕ੍ਰਿਤ ਕਨ, ਤੋ ਸੋ ਉਪਕਾਰੀ ਨਾਹੇ। ਮੋਸੋ ਨਾ ਅਨਾਥ ਨਾਥ, ਤੋ ਸੋ ਨਾ ਬਤਾਈਏ। ਔਗੁਣੀ ਨਾ ਮੋਸੋ ਕੋ, ਗੁਣਵਾਨ ਤੋ ਸੋ ਨਹੀਂ। ਜਪ ਤਪ ਬ੍ਰਤ ਮੋਹ, ਮੈਂ ਏਕ ਨਹਿ ਪਾਈਏ। ਕਬ ਆਇਓ ਹੈ ਸ਼ਰਨ, ਗਹੇ ਧਾਇ ਕੈ ਚਰਨ। ਗੁਰੂ ਤਾਰਨ ਤਰਨ, ਨਿਜ ਹਾਥ ਦੇ ਬਚਾਈਏ। ਤੋ ਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪਤਿਤ ਪਾਵਨ ਪੂਰਨ ਬ੍ਰਹਮ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਬਾਣੀ ਕੇ ਬੋਹਿਥ, ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ।
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ, ਧੁਰ ਤੋਂ ਚੰਗਿਆਂ ਕਰਮਾਂ ਭਾਗਾਂ ਵਾਲੇ, ਜੋ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸੁੰਦਰ ਦਰਬਾਰ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਮਸਕਾਰਾਂ ਕਰਕੇ, ਗੁਰੂ ਕੀ ਸੰਗਤ ਕਰਕੇ ਆਪਣੇ ਇਸ ਜਨਮ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਜੋ ਪਰਮੇਸ਼ਰ ਸਰੂਪ ਹਨ, ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਜਗਤ ਗੁਰੂ ਕਲਿਆਣ ਸਰੂਪ, ਮੁਕਤੀ ਦੇ ਦਾਤੇ, ਮੁਕੰਦ ਹਰੀ, ਉਹਨਾਂ ਦੀ ਮਹਾਨ ਪਾਵਨ ਪਵਿੱਤਰ ਕਥਾ ਜੋ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ, ਉਸ ਕਥਾ ਨੂੰ ਸਰਵਣ ਕਰਨ ਲਈ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਬੈਠੇ ਹਾਂ। ਨਿਤਨੇਮ ਦੇ ਨਾਲ ਹੀ ਜੋ ਲੜੀਵਾਰ ਰੂਪ ਵਿੱਚ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਕੀਤੀ ਹੈ, ਜਿਸ ਕਥਾ ਵਿੱਚ ਸਭ ਤੋਂ ਪਹਿਲਾਂ ਜੋ ਕਵੀ ਸਾਹਿਬ ਜੀ ਨੇ ਦਸੇ ਗੁਰੂ ਸਾਹਿਬਾਨਾਂ ਦੀ ਮਹਿਮਾ ਕਰਦੇ ਹੋਏ ਮੰਗਲ ਕੀਤੇ ਹੈ, ਉਹਨਾਂ ਮੰਗਲਾਂ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ, ਜਿਸ ਵਿੱਚ ਕਵੀ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਦੇ ਕਰਕੇ ਗੁਰਾਂ ਦੇ ਚਰਨਾਂ ਦੀ, ਗੁਰਾਂ ਦੇ ਸਰੂਪਾਂ ਦੀ ਮਹਿਮਾ ਦਰਸਾਈ ਕੀਤੀ ਹੈ। ਤਕਰੀਬਨ 10 ਗੁਰੂ ਸਾਹਿਬਾਨਾਂ ਦੇ ਮੰਗਲ ਜਿਹੜੇ ਹੋ ਚੱਲੇ ਹੈ, 9 ਗੁਰੂਆਂ ਦੇ ਸੰਪੂਰਨ ਤੌਰ 'ਤੇ ਮੰਗਲ ਹੋ ਚੁੱਕੇ ਹੈ। 9 ਗੁਰੂ ਸਾਹਿਬਾਨਾਂ ਦਾ ਮੰਗਲ ਕਰਦੇ ਹੋਏ ਕਵੀ ਸਾਹਿਬ ਜੀ ਨੇ ਇੱਕ ਦੋਹਰਾ ਅਤੇ ਇੱਕ ਮੰਗਲ ਇਵੇਂ ਕੀਤੇ ਹੈ, ਪਰ ਦਸਮ ਪਿਤਾ ਦਸਵੇਂ ਪਾਤਸ਼ਾਹ ਜੀ ਦੇ ਮੰਗਲ ਕਵੀ ਸਾਹਿਬ ਜੀ ਨੇ ਜ਼ਿਆਦਾ ਕੀਤੇ ਹੈ। ਭਾਈ ਸੰਤੋਖ ਸਿੰਘ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੂਰਨ ਸਿੱਖ ਸਨ, ਜਿਨ੍ਹਾਂ ਵਿੱਚ ਉਹਨਾਂ ਨੇ ਇਸ ਵਾਸਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਿਆਦਾ ਮੰਗਲ ਕੀਤੇ ਅਤੇ ਨਾਲੇ ਮਹਿਮਾ ਦਰਸਾਉਂਦੇ ਹੋਏ ਉਂਝ ਵੀ ਸਿੱਖ ਧਰਮ ਦੇ ਗੁਰੂ ਜੋ ਅੰਤ ਵਾਲੇ ਗੁਰੂ ਹੈ, ਦਸਮ ਪਿਤਾ ਜੀ ਹੈ, ਜੋ ਰਹਿੰਦੇ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ। ਕਵੀ ਜੀ ਟੂਕ ਮਾਤਰ ਥੋੜ੍ਹਾ ਥੋੜ੍ਹਾ ਇਸ਼ਾਰਾ ਕਰਦੇ ਹੋਏ ਗੁਰੂ ਦੀ ਮਹਿਮਾ ਕਰ ਰਹੇ ਹੈ। ਅੱਗੇ ਸਤਿਗੁਰ ਜੀ ਦੀ ਮਹਿਮਾ ਦਾ ਮੰਗਲ ਜੋ ਆ ਰਿਹਾ ਹੈ, ਕਵੀ ਸਾਹਿਬ ਜੀ ਜਿਵੇਂ ਗੁਰੂ ਜੀ ਨੂੰ ਹੋਰ ਮਹਾਨ ਦਰਸਾ ਰਹੇ, ਗੁਰੂ ਦੀ ਮਹਿਮਾ ਕਰ ਰਹੇ ਹੈ, ਉਹ ਆਪਾਂ ਮੰਗਲਾਂ ਦੀ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਤੋ ਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨਾ। ਕਵੀ ਸਾਹਿਬ ਜੀ ਕਹਿੰਦੇ ਹੈ, ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋਵਾਂ ਆਲਮਾਂ ਦੇ ਮਾਲਕ, ਤੁਹਾਡੇ ਵਰਗਾ ਮਹਾਰਾਜ ਕੋਈ ਦਾਤਾ ਨਹੀਂ ਹੈ, ਸਭ ਤੋਂ ਵੱਡੇ ਦਾਤੇ ਹੋ ਤੁਸੀਂ। ਤੁਹਾਡੇ ਵਰਗਾ ਦਾਤਾ ਕਿਹੜਾ ਹੋ ਸਕਦਾ ਹੈ ਕਿ ਜਿਹੜਾ ਪਰਮੇਸ਼ਰ ਨੇ ਸਾਨੂੰ ਸਰੀਰ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਇਹ ਪਰਮੇਸ਼ਰ ਦਾ ਦਿੱਤਾ ਹੋਇਆ ਅਤੇ ਪਰਮੇਸ਼ਰ ਦੇ ਹੀ ਸਰੂਪ ਗੁਰੂ ਹੈ। ਇਸ ਕਰਕੇ ਮਹਾਰਾਜ ਤੁਸੀਂ ਮਹਾਨ ਦਾਤੇ ਹੋ, ਜਿਨ੍ਹਾਂ ਨੇ ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ। ਕੀ ਕੋਈ ਪੂਜਾ ਚੜਾ ਸਕਦਾ ਹੈ?
ਮਨ ਵੀ ਰੱਬ ਦਾ ਹੈ, ਸਰੀਰ ਵੀ ਰੱਬ ਦਾ ਹੈ, ਪੈਸਾ ਵੀ ਰੱਬ ਦਾ ਹੈ, ਅਤੇ ਬੰਦੇ ਦਾ ਕੁਝ ਆਪਣਾ ਹੋਵੇ ਤੇ ਚੜਾਵੇ, ਪਰ ਸਭ ਕੁਝ ਉਹ ਦਾਤੇ ਪਰਮੇਸ਼ਰ ਦਾ ਹੈ, ਗੁਰੂ ਜੀ ਦਾ ਹੈ। ਮਹਾਰਾਜ ਜੀ, ਤੁਹਾਡੇ ਵਰਗਾ ਦਾਤਾ ਕਿਹੜਾ ਹੈ ਜਿਨ੍ਹਾਂ ਨੇ ਨੀਚਾਂ ਨੂੰ ਉੱਚਿਆਂ ਕੀਤਾ, ਜਿਹੜੀਆਂ ਨੀਵੀਆਂ ਜਾਤਾਂ ਨੂੰ ਲੋਕ ਖੜਨ ਨਹੀਂ ਸੀ ਦਿੰਦੇ, ਪਰੇਸ਼ਾਨ ਕਰਦੇ ਸੀ, ਸ਼ੂਦਰ ਕਹਿ ਕੇ ਪਿਛਾਂਹ ਹਟਾ ਦਿੰਦੇ ਸੀ, ਉਹਨਾਂ ਨੂੰ ਤੁਸੀਂ ਅੰਮ੍ਰਿਤ ਬਖਸ਼ਿਆ, ਅੰਮ੍ਰਿਤ ਦੀ ਦਾਤ ਦਿੱਤੀ। ਸੁਰ ਨਾਰ ਮੋਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਨੂੰ ਵੱਡੇ ਵੱਡੇ ਦੇਵਤੇ ਵੀ ਤਰਸਦੇ ਸੀ, ਉਹ ਅੰਮ੍ਰਿਤ ਨੂੰ ਤੁਸੀਂ ਮਹਾਰਾਜ ਆ ਨਿੱਕੀਆਂ ਨਿੱਕੀਆਂ ਜਾਤਾਂ ਨੂੰ ਪਿਆ ਕੇ ਉੱਚਾ ਕਰ ਦਿੱਤਾ। ਫਿਰ ਤੁਸੀਂ ਐਸੇ ਦਾਤੇ ਕਵੀਆਂ ਨੂੰ ਇੱਕ ਇੱਕ ਕਵਿਤਾ ਦਾ ਲੱਖ ਲੱਖ ਰੁਪਈਆ ਗੁਰੂ ਸਾਹਿਬ ਜੀ ਦੇ ਦਿੰਦੇ ਸੀ। ਕਈਆਂ ਨੂੰ ਹਾਥੀ, ਕਈਆਂ ਨੂੰ ਮੋਹਰਾਂ ਸੋਨੇ ਦੀਆਂ ਦੇ ਦੇਣੀਆਂ। ਸ੍ਰੀ ਹਜ਼ੂਰ ਸਾਹਿਬ, ਜਿੱਥੇ ਗੁਰਦੁਆਰਾ ਸੰਗਤ ਸਾਹਿਬ ਹੈ ਗੋਦਾਵਰੀ ਦੇ ਕਿਨਾਰੇ 'ਤੇ, ਉੱਥੇ ਸੱਚੇ ਪਾਤਸ਼ਾਹ ਜੀ ਨੇ ਵੇਖੋ ਕਿਵੇਂ ਢਾਲਾਂ ਭਰ ਭਰ ਕੇ ਮੋਹਰਾਂ ਵੰਡੀਆਂ। ਉਹ ਢਾਲ ਅੱਜ ਵੀ ਉੱਥੇ ਦਰਸ਼ਨ ਕਰਾਏ ਜਾਂਦੇ ਹੈ। ਗੁਰੂ ਦਾ ਇਹ ਦਾਤਾਪਣਾ ਹੈ ਨਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇ ਦੇ ਤੋੜ ਨਾ ਆਵਈ ਅਗਣਤ ਭਰੇ ਭੰਡਾਰ। ਮਹਾਰਾਜ, ਤੁਹਾਡੇ ਵਰਗਾ ਦਾਤਾ ਕਿਹੜਾ ਹੈ ਜਿਨ੍ਹਾਂ ਨੇ, ਇੱਕ ਕਵੀ ਨੇ ਸਤਿਗੁਰੂ ਜੀ ਦੀ ਮਹਿਮਾ ਕੀਤੀ ਸੀ ਇੱਕ ਛੰਦ ਜਿਹਾ ਬਣਾ ਕੇ, ਅਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨੂੰ ਹਾਥੀ ਦੇ ਦਿੱਤਾ। ਹੁਣ ਹਾਥੀ ਦੀ ਕਿੰਨੀ ਕੀਮਤ ਹੈ ਅਤੇ ਆਪਾਂ ਨੂੰ ਵੇਖਣ ਨੂੰ ਵੀ ਨਜ਼ਰ ਹੀ ਨਹੀਂ ਆਉਂਦਾ। ਹਾਥੀ ਦੇ ਦਿੱਤਾ ਅਤੇ ਉਹ ਕਵੀ ਕੋਈ ਬਹੁਤਾ ਖੁਸ਼ ਨਾ ਹੋਇਆ, ਹੱਸਿਆ ਨਹੀਂ। ਗੁਰੂ ਮਹਾਰਾਜ ਕਹਿਣ ਲੱਗੇ ਵੀ ਕੀ ਹੋਇਆ ਭਾਈ, ਤੈਨੂੰ ਖੁਸ਼ ਹੋ, ਤੈਨੂੰ ਹਾਥੀ ਦਿੱਤਾ ਹੈ। ਦੂਜੇ ਕਵੀ ਵੀ ਕਹਿੰਦੇ ਵੀ ਖੁਸ਼ ਹੋਣਾ ਚਾਹੀਦਾ, ਤੈਨੂੰ ਕਿੱਡੇ ਗੁਰੂ ਦਾਤੇ ਵੇਖ, ਤੈਨੂੰ ਹਾਥੀ ਦੇ ਦਿੱਤਾ ਹੈ। ਕਹਿੰਦੇ ਵੀ ਖੁਸ਼ ਤਾਂ ਮੈਂ ਕੀ ਹੋਣਾ, ਮੈਨੂੰ ਤਾਂ ਸਗੋਂ ਫਿਕਰ ਪੈ ਗਿਆ ਕਿ ਜਿੰਨਾ ਅਸੀਂ ਮਹੀਨੇ 'ਚ ਖਾਣਾ ਉਹਨਾਂ ਹਾਥੀ ਨੂੰ ਇੱਕ ਦਿਨ ਦਾ ਚਾਹੀਦਾ ਹੈ, ਅਤੇ ਇੰਨਾ ਮੈਨੂੰ ਕਿੱਥੋਂ ਖੁਰਾਕ ਦੇਵਾਂਗਾ। ਉਹ ਮਹਾਰਾਜ ਜੀ ਨੇ ਸੁਣ ਲਿਆ ਅਤੇ ਗੁਰੂ ਜੀ ਕਹਿੰਦੇ ਵੀ ਗੱਲ ਤਾਂ ਠੀਕ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕ ਢਾਲ ਮੰਗਵਾਈ, ਢਾਲ ਦੇ ਵਿੱਚ ਮੋਹਰਾਂ ਭਰ ਕੇ ਉਹ ਕਵੀ ਨੂੰ ਦੇ ਦਿੱਤੀਆਂ। ਲੈ ਨਾਲੇ ਵਪਾਰ ਕਰ ਅਤੇ ਨਾਲੇ ਜੋ ਮਰਜ਼ੀ ਹਾਥੀ ਨੂੰ ਖਵਾ, ਆ ਸੋਨਾ ਫੜ ਅਤੇ ਫਿਕਰ ਨਾ ਕਰ। ਉਹ ਦੇ ਦਿੱਤਾ ਉਹਨੂੰ, ਅਤੇ ਫਿਰ ਕਵੀ ਥੋੜ੍ਹਾ ਖੁਸ਼ ਨਹੀਂ ਹੋਇਆ। ਸਾਰੇ ਕਵੀ ਕਹਿਣ ਲੱਗੇ ਵੀ ਹੁਣ ਤਾਂ ਖੁਸ਼ ਹੋ, ਕਹਿ ਦੇ ਗੁਰੂ ਇਹਨੇ ਦਾਤੇ ਹੈ, ਵਡਿਆਈ ਕਰ ਗੁਰੂ ਦੀ। ਕਹਿੰਦਾ ਵੀ ਮੈਨੂੰ ਤਾਂ ਹੁਣ ਫਿਕਰ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਦਾਤੇ ਹੈ, ਅਤੇ ਸਾਨੂੰ ਹਾਥੀ ਵੀ ਦੇ ਦਿੰਦੇ ਆ, ਫਿਰ ਮੋਹਰਾਂ ਦੇ ਦਿੰਦੇ ਆ, ਕਈ ਕੁਝ ਦੇ ਦਿੰਦੇ ਸੱਚੇ ਪਾਤਸ਼ਾਹ। ਪਰ ਜਦੋਂ ਗੁਰੂ ਮਹਾਰਾਜ ਜੀ ਸੰਸਾਰ ਸਮੁੰਦਰ 'ਤੇ ਸਰੀਰ ਕਰਕੇ ਨਾ ਰਹੇ, ਤਾਂ ਸਾਨੂੰ ਕੌਣ ਪੁੱਛੇਗਾ। ਇਹ ਬਚਨ ਗੁਰੂ ਜੀ ਨੇ ਸੁਣਿਆ। ਗੁਰੂ ਜੀ ਕਹਿਣ ਲੱਗੇ ਵੀ ਕਵੀ ਤੂੰ ਫਿਕਰ ਨਾ ਕਰ, ਇਹ ਜਿਹੜਾ ਖਾਲਸਾ ਹੈ ਇਹ ਸਾਡਾ ਸਪੁੱਤਰ ਹੈ, ਸਾਡਾ ਹੀ ਰੂਪ ਹੈ, ਤੁਹਾਨੂੰ ਇਹ ਦਾਨ ਇਹ ਦਿਆ ਕਰੇਗਾ, ਫਿਕਰ ਕਾਹਨੂੰ ਕਰਦੇ ਹੋ। ਹੁਣ ਕਵੀਆਂ ਦਾ ਉਹ ਪੂਰਤੀ ਜਿਹੜੇ ਗੁਰੂ ਖਾਲਸਾ ਹੀ ਕਰਦਾ ਹੈ। ਕਵੀ ਜੀ ਇੱਥੇ ਕਹਿ ਰਹੇ ਹੈ, ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਕੋਈ ਦਾਤਾਂ ਦੇਣ ਵਾਲਾ ਮੈਂ ਦਾਤਾ ਨਹੀਂ ਵੇਖਿਆ। ਮੋਸੋ ਨਾ ਭਿਖਾਰੀ ਦੀਨਾ, ਤੇ ਮੇਰੇ ਵਰਗਾ ਮਹਾਰਾਜ ਕੋਈ ਭਿਖਾਰੀ ਨਹੀਂ ਹੈ, ਦੀਨ ਗਰੀਬ ਨਹੀਂ ਹੈ। ਹਮ ਭੀਖ ਭਿਖਾਰੀ, ਸੱਚੇ ਪਾਤਸ਼ਾਹ ਜੀ ਦੇ ਭੀਖ ਹਾਂ, ਭਿੱਖਿਆ ਮੰਗਣ ਵਾਲੇ ਭਿਖਾਰੀ ਹਾਂ, ਅਸੀਂ ਤਾਂ ਗਰੀਬ ਹਾਂ। ਕਵੀ ਸਾਹਿਬ ਜੀ ਇਸ਼ਾਰਾ ਕਰਦੇ ਆ, ਕਿਉਂਕਿ ਕਵੀ ਸਾਹਿਬ ਜੀ ਪਹਿਲਾਂ ਬੜੇ ਗਰੀਬ ਸੀ, ਵਿਦਵਾਨ ਚੰਗੇ ਪਰ ਗਰੀਬੀ ਸੀ, ਪ੍ਰਸ਼ਾਦੇ ਪਾਣੀ ਦੀ ਵੀ ਤੋੜ ਸੀ। ਪਰ ਇਹਨਾਂ ਦੀ ਵਿਦਵਤਾ ਕਰਕੇ ਜਿਹੜਾ ਕੈਂਥਲ ਦਾ ਰਾਜਾ ਉਦੇ ਸਿੰਘ, ਉਹਨੇ ਇਹਨਾਂ ਨੂੰ ਖੜਿਆ। ਫਿਰ ਕਵੀ ਸਾਹਿਬ ਜੀ ਨੂੰ ਚੰਗੀ ਕੋਠੀ ਦਿੱਤੀ ਅਤੇ ਸੇਵਾ ਚਾਕਰ ਵਾਸਤੇ ਦਾਸ ਵੀ ਦਿੱਤੇ, ਚਾਕਰੀ ਵਾਸਤੇ। ਅਤੇ ਕਵੀ ਸਾਹਿਬ ਜੀ ਨੇ ਫਿਰ ਉੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ। ਅਤੇ ਕਵੀ ਸਾਹਿਬ ਜੀ ਉਹੀ ਕਹਿ ਰਹੇ, ਮਹਾਰਾਜ ਤੁਹਾਡੇ ਵਰਗਾ ਦਾਤਾ ਕੋਈ ਨਹੀਂ ਹੈ, ਸਾਡੇ ਵਰਗਾ ਭਿਖਾਰੀ ਦੀਨ ਕੋਈ ਨਹੀਂ ਹੈ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਉੱਚਿਆਂ ਚੁੱਕਿਆ, ਆ ਗਰੀਬਾਂ ਤੋਂ ਆ ਕੋਠੀਆਂ ਦਵਾ ਦਿੱਤੀਆਂ, ਮਾਣ ਸਤਿਕਾਰ ਕਰਵਾ ਦਿੱਤਾ।
ਦਿਆਲ। ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ ਹੈ। ਭਾਈ ਨੰਦ ਲਾਲ ਜੀ ਆਪ ਜੀ ਦੀ ਸ਼ਰਨ ਵਿੱਚ ਆ ਗਏ, ਕਹਿਣ ਲੱਗੇ ਮਹਾਰਾਜ ਇਵੇਂ ਰੰਗ ਜੇ ਬੜਾ ਬਲੀ ਹੈ ਅਤੇ ਕਿੱਥੇ ਰਹੀਏ। ਸਤਿਗੁਰੂ ਜੀ ਕਹਿਣ ਲੱਗੇ ਅਨੰਦਪੁਰ ਸਾਹਿਬ ਵਿੱਚ ਰਹੋ, ਕੋਈ ਨਹੀਂ ਹੈ ਜਿਹੜਾ ਤੁਹਾਨੂੰ ਹੱਥ ਪਾ ਸਕੇ। ਮੋਸੋ ਮਹਾਰਾਜ ਤੋਸੋ ਦਿਆਲ। ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਨਹੀਂ ਤਾਂ ਜੁਗਾਂ ਜੁਗਾਂ ਦੀਆਂ ਕਥਾ ਪੜ੍ਹ ਕੇ ਸੁਣ ਲਓ, ਰਿਸ਼ੀ ਮੁਨੀ ਝੱਟ ਹੀ ਗੁੱਸੇ ਵਿੱਚ ਆ ਜਾਂਦੇ ਹੈ, ਪਰ ਗੁਰੂ ਜੀ ਦਿਆਲੂ ਹੀ ਹੈ। ਅਨੇਕਾਂ ਪੀਰਾਂ ਦੇ ਸੰਸੇ ਤੋੜੇ ਹੈ, ਅਨੇਕਾਂ ਰਿਸ਼ੀਆਂ ਦੇ ਸੰਸੇ ਤੋੜ ਕੇ ਤੇ ਦਿਆਲਤਾ ਕੀਤੀ ਹੈ। ਆ ਜਿਹੜੇ ਗਰੀਬਾਂ ਨੂੰ ਸਾਨੂੰ ਮਾਣ ਬਖਸ਼ਿਆ ਸਾਧ ਸੰਗਤ ਜੀ, ਮਾਤੜਾ ਨੂੰ ਮਾਣ ਬਖਸ਼ਿਆ, ਗੁਰਸਿੱਖੀ ਜੀਵਨ ਬਖਸ਼ਿਆ, ਕਿੱਡੀ ਵੱਡੀ ਦਿਆਲਤਾ ਗੁਰੂ ਜੀ ਦੀ। ਕਵੀ ਸਾਹਿਬ ਜੀ ਕਹਿ ਰਹੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਦੁਖੀ ਮੋਸੋ ਨਾ ਲਾਈਏ। ਮੇਰੇ ਵਰਗਾ ਕੋਈ ਦੁਖੀ ਦਲਿਦਰੀ ਆ ਕੋਈ ਨਹੀਂ ਕਿਹਾ ਜਾਂਦਾ। ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਭਿਖਾਰੀ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਦੁਖੀ ਨਹੀਂ ਕਿਹਾ ਜਾਂਦਾ ਇਸ ਸੰਸਾਰ 'ਤੇ। ਮੋਸੋ ਨਹੀਂ ਕ੍ਰਿਤ ਘਨ। ਸੱਚੇ ਪਾਤਸ਼ਾਹ ਜੀ ਮੇਰੇ ਵਰਗਾ ਕੋਈ ਕ੍ਰਿਤ ਘਣ ਨਹੀਂ ਹੈ। ਅਕਿਰਤ ਘਣ, ਅਕਿਰਤ ਘਣਾਂ ਨੂੰ ਪਾਲਦਾ ਮਹਾਰਾਜ। ਅਸੀਂ ਕ੍ਰਿਤ ਘਣ ਹਾਂ। ਕ੍ਰਿਤ ਘਣ ਕਿਹੜਾ ਹੁੰਦਾ? ਜਿਹੜਾ ਕਿਸੇ ਦਾ ਕੀਤਾ ਹੋਇਆ ਨਾ ਜਾਣੇ, ਕੋਈ ਉਹਦਾ ਬੜਾ ਕਰੇ, ਉਹ ਤੋਂ ਮਤਲਬ ਕੱਢਦਾ ਰਹੇ ਅਤੇ ਮੁੜ ਕੇ ਆਪ ਆਪਣੀ ਵਾਰ ਮੁੱਕਰ ਜਾਵੇ, ਪਿੱਛੇ ਹਟ ਜਾਵੇ। ਮਹਾਰਾਜ ਸਾਨੂੰ ਤੁਸਾਂ ਨੇ ਇੰਨਾ ਵਿਦਵਤਾ ਬਖਸ਼ੀ ਹੈ, ਇੰਨਾ ਰਾਜ ਭਾਗ ਬਖਸ਼ਿਆ, ਵਡਿਆਈ ਬਖਸ਼ੀ, ਪਰ ਤੁਹਾਡਾ ਕੀਤਾ ਨਾ ਜਾਣਨ ਵਾਲੇ ਹਾਂ ਅਸੀਂ। ਕਵੀ ਸਾਹਿਬ ਜੀ ਕਹਿੰਦੇ ਮਹਾਰਾਜ ਮੇਰੇ ਵਰਗਾ ਕੋਈ ਕ੍ਰਿਤ ਘਣ ਆ ਜਿਹੜਾ ਵਿਅਰਥ ਪੁਣੇ ਵਾਲਾ ਹੈ ਨਹੀਂ ਹੈ ਕੋਈ। ਸੋ ਉਪਕਾਰੀ ਨਾ ਹੈ। ਤੇ ਤੁਹਾਡੇ ਵਰਗਾ ਕੋਈ ਉਪਕਾਰੀ ਨਹੀਂ ਹੈ। ਭਾਵ ਅਸੀਂ ਤੇ ਔਗਣਿਆਰੇ ਹਾਂ, ਪਰ ਤੁਸੀਂ ਉਪਕਾਰ ਕਰਦੇ ਜਾਂਦੇ ਹੋ। ਕਵੀ ਸਾਹਿਬ ਜੀ ਵੀ ਬੜੇ ਉਪਕਾਰੀ ਸਨ, ਪਰ ਉਪਕਾਰੀ ਗੁਰੂ ਪਿਆਰੇ, ਗੁਰੂ ਦੇ ਪਿਆਰੇ ਸਾਧ ਸੰਗਤ ਜੀ ਉਪਕਾਰੀ ਹੈ, ਜਿਹੜੇ ਗੁਰੂ ਨੂੰ ਮੰਨਣ ਵਾਲੇ ਹੈ। ਪਰ ਕਵੀ ਸਾਹਿਬ ਜੀ ਦੀ ਨਿਮਰਤਾ ਅਤ ਦੀ, ਕਹਿੰਦੇ ਮਹਾਰਾਜ ਮੇਰੇ ਵਰਗਾ ਕ੍ਰਿਤਘਣ ਕੋਈ ਨਹੀਂ, ਤੁਹਾਡੇ ਵਰਗਾ ਉਪਕਾਰੀ ਕੋਈ ਨਹੀਂ। ਆ ਸਾਡੇ ਵਰਗਿਆਂ ਦੇ ਉਪਕਾਰ ਕਰਨ ਹੋਣੀ ਆਪ ਹੱਟਦੇ। ਮੋਸੋ ਨਾ ਅਨਾਥ। ਮਹਾਰਾਜ ਮੇਰੇ ਵਰਗਾ ਕੋਈ ਅਨਾਥ ਨਹੀਂ ਹੈ। ਨਾਥ ਕਿਹਨੂੰ ਕਹੀਦਾ ਹੈ? ਅਨਾਥ ਯਤੀਮ ਨੂੰ, ਇਹ ਮਾਲਕ ਤੋਂ ਬਿਨਾਂ ਜਿਹੜਾ ਹੋਵੇ, ਨਿਆਸਰਾ, ਨਿਖਸਮਾ, ਜਿਹਦਾ ਕੋਈ ਖਸਮ ਨਾ ਹੋਵੇ। ਹੇ ਮਹਾਰਾਜ ਮੇਰੇ ਵਰਗਾ ਕੋਈ ਅਨਾਥ ਯਤੀਮ ਨਿਖਸਮਾ ਨਿਆਸਰਾ ਨਹੀਂ ਹੈ। ਨਾਥ ਤੋਸੋ ਨਾ ਬਤਾਈਏ। ਤੁਹਾਡੇ ਵਰਗਾ ਨਾਥ ਮਾਲਕ ਕੋਈ ਦੱਸਿਆ ਨਹੀਂ ਜਾਂਦਾ। ਤੁਹਾਡੇ ਵਰਗਾ ਨਾਥ ਕੌਣ ਹੈ? ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ, ਅੱਜ ਵੀ ਜਿਹੜਾ ਕੋਈ ਜਿਹਨੂੰ ਕੋਈ ਨਹੀਂ ਮੰਨ ਲਓ ਪੁੱਛਦਾ, ਜਿਹਦਾ ਕੋਈ ਥਾਂ ਟਿਕਾਣਾ ਘਰ ਬਾਰ, ਕੋਈ ਮਾਂ ਪਿਓ ਬਿਲਕੁਲ ਨਹੀਂ ਹੈ, ਕੋਈ ਰਿਸ਼ਤੇਦਾਰੀ, ਬਿਲਕੁਲ ਇਕੱਲਾ ਹੈ। ਪਰ ਉਹ ਜੇ ਉਹ ਕਿਸੇ ਵੀ ਜਾਤ ਦਾ ਗੁਰੂ ਮਹਾਰਾਜ ਜੀ ਦੇ ਦਰ 'ਤੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਅਤੇ ਜਦੋਂ ਅੰਮ੍ਰਿਤ ਛਕਿਆ ਜਾਣਾ ਤਾਂ ਉਸੇ ਵੇਲੇ ਹੀ ਮਾਂ ਬਾਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋ ਜਾਣੇ। ਕਿਉਂਕਿ ਖਾਲਸੇ ਦੇ ਮਾਤਾ ਪਿਤਾ, ਮਾਤਾ ਸਾਹਿਬ ਕੌਰ, ਪਿਤਾ ਗੁਰੂ ਗੋਬਿੰਦ ਸਿੰਘ ਜੀ। ਉਹ ਜਿਹੜਾ ਅਨਾਥ ਹੈ ਅਤੇ ਉਹਨੂੰ ਮਾਲਕ ਵਾਲਾ ਕਰ ਦੇਣ ਵਾਲੇ ਜਦੋਂ ਕੋਈ ਅੰਮ੍ਰਿਤ ਛਕ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਤੁਸੀਂ ਸਭ ਦੇ ਮਾਲਕ ਹੋ, ਪਰ ਤੁਸੀਂ ਆਪ ਅਨਾਥ ਹੋ। ਕਿਵੇਂ ਅਨਾਥ ਹੈ ਗੁਰੂ? ਕਿਉਂਕਿ ਪਰਮਾਤਮਾ ਦਾ ਕੋਈ ਮਾਂ ਪਿਓ ਨਹੀਂ ਹੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ, ਨਾ ਕੋਈ ਜਾਤ, ਨਾ ਕੋਈ ਪਾਤ, ਨਾ ਕੋਈ ਮਾਤਾ, ਨਾ ਕੋਈ ਪਿਤਾ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਤੁਸੀਂ ਸਭ ਦੇ ਮਾਲਕ ਹੋ, ਪਰ ਤੁਸੀਂ ਆਪ ਅਨਾਥ, ਤੁਹਾਡਾ ਕੋਈ ਮਾਂ ਪਿਓ ਨਹੀਂ, ਤੁਸੀਂ ਸਭ ਦੇ ਹੀ ਮਾਲਕ ਹੋ, ਐਸੇ ਦੱਸੇ ਜਾਂਦੇ ਹੋ। ਔਗੁਣੀ ਨਾ ਮੋਸੋ ਕੋ। ਮਹਾਰਾਜ ਮੇਰੇ ਵਰਗਾ ਕੋਈ ਔਗੁਣਿਆਰਾ ਹੈ ਨਹੀਂ, ਔਗੁਣਾਂ ਨੇ ਭਰੇ ਹੋਏ ਹਾਂ, ਸਭ ਔਗੁਣ ਮੈਂ ਗੁਣ ਨਹੀਂ ਕੋਈ।
ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੈ, ਸੁਤਦਾਰੈ ਸੋ ਪ੍ਰੀਤ ਲਗਾਈ। ਮਹਾਰਾਜ ਔਗੁਣਾ ਨਾਲ ਤੇ ਅਸੀਂ ਭਰੇ ਹੋਏ, ਔਗਣ ਹੀ ਔਗਣ ਹੈ ਸਾਡੇ ਵਿੱਚ। ਗੁਣਵਾਨ ਤੋ ਸੋ ਨਹੀਂ, ਤੁਹਾਡੇ ਵਰਗਾ ਸੱਚੇ ਪਾਤਸ਼ਾਹ ਜੀ ਕੋਈ ਗੁਣ ਵਾਲਾ ਹੈ ਨਹੀਂ। ਤੁਹਾਡੇ 'ਚ ਤੇ ਇੰਨੇ ਗੁਣ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਹੀ ਹੈ। ਤੁਹਾਡਾ ਅੰਤ ਕੋਈ ਨਹੀਂ ਹੈ। ਤੁਹਾਡੇ ਤੇ ਗੁਣ ਇੰਨੇ ਹੈ, ਜਿਹਵਾ ਏਕ ਕਵਣ ਗੁਣ ਕਹੀ ਹੈ। ਇੱਕ ਜ਼ੁਬਾਨ ਨਾਲ ਤੁਹਾਡੇ ਗੁਣ ਨਹੀਂ ਕਹਿ ਸਕਦੇ। ਐਸਾ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਥਾਰਾ। ਗੁਣਾਂ ਦਾ ਵਿਸਥਾਰ ਕਹਿ ਹੀ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਕੋਈ ਗੁਣ ਵਾਲਾ ਹੈ ਨਹੀਂ। ਜਿੰਨੇ ਤੁਹਾਡੇ 'ਚ ਗੁਣ ਹੈ, ਤੁਸੀਂ ਤੇ ਗੁਣਾਂ ਦੇ ਖਜ਼ਾਨੇ ਹੋ। ਅਤੇ ਸਾਡੇ ਵਰਗੇ ਔਗੁਣਿਆਰੇ ਹੈ ਨਹੀਂ, ਜਿਨ੍ਹਾਂ 'ਚ ਇੱਕ ਵੀ ਗੁਣ ਹੈ ਨਹੀਂ ਹੈ। ਜਪ ਤਪ ਬ੍ਰਤ ਮੋਹ, ਜਪ ਤਪ ਬ੍ਰਤ। ਜਪ ਕੀ ਹੈ? ਜਿਵੇਂ ਆਪਾਂ ਸੰਗਤ 'ਚ ਬੈਠੇ ਕਥਾ ਸੁਣਦੇ ਹਾਂ, ਜਾਂ ਕਥਾ ਕਰ ਰਹੇ ਹਾਂ, ਜਾਂ ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ, ਹੱਥ ਵਿੱਚ ਮਾਲਾ ਲੈ ਕੇ ਸਿਮਰਨ ਕਰਦੇ ਹਾਂ, ਇਹ ਜਪ ਹੈ। ਇਹਨੂੰ ਜਪ ਕਹੀਦਾ ਜਿਹੜਾ ਸੁਖਾਲੇ ਢੰਗ ਨਾਲ ਕਰ ਲਈਦਾ ਹੈ। ਤਪ ਕੀ ਹੈ? ਜਿਹੜਾ ਥੋੜ੍ਹਾ ਕਠਿਨ ਔਖੇ ਹੋ ਕੇ ਕਰੀਦਾ। ਜਿਵੇਂ ਸਾਧੂ ਸੰਤ ਨਦੀਆਂ ਵਿੱਚ ਠੰਡ ਦੇ ਵਿੱਚ ਉਹ ਸਾਰਾ ਸਰੀਰ ਜਲ ਵਿੱਚ ਡੁਬੋ ਲੈਂਦੇ, ਇੱਕ ਸਿਰਫ ਮੂੰਹ ਹੀ ਆਪਣਾ ਨੰਗਾ ਰੱਖਦੇ ਪਾਣੀ ਤੋਂ ਬਾਹਰ। ਇਹ ਤਪ। ਜਿਵੇਂ ਰੁੱਖ ਦੇ ਨਾਲ ਪੁੱਠੇ ਲਟਕ ਕੇ ਤਪ ਕਰਨਾ। ਗਰਮੀ ਦੇ ਦਿਨਾਂ ਵਿੱਚ 5 ਧੂਣੀਆਂ ਧਾਉਣੀਆਂ, ਜੇਠ ਹਾੜ ਦੀ ਧੁੱਪ ਉੱਤੋਂ 4 ਅੱਗਾਂ ਚਾਰੇ ਪਾਸੇ ਲਾ ਕੇ ਤਪ ਕਰਨਾ। ਫਿਰ ਤਪ ਸੂਰਜ ਵਾਲੀ ਵੇਖਦੇ ਜਾਣਾ, ਵੇਖੀ ਜਾਣਾ, ਵੇਖੀ ਜਾਣਾ। ਫਿਰ ਔਖਿਆਂ ਹੋ ਕੇ ਸੌਣਾ ਹੀ ਨਾ ਅਤੇ ਤਪ ਕਰੀ ਜਾਣਾ, ਸਿਮਰਨ ਕਰੀ ਜਾਣਾ। ਇਹ ਤਪ। ਇੱਕ ਜਪ ਜਿਹੜਾ ਸੁਖਾਲੇ ਤਰੀਕੇ ਨਾਲ ਜਿਹੜਾ ਮੂੰਹੋਂ ਵਾਹਿਗੁਰੂ ਵਾਹਿਗੁਰੂ ਅਸੀਂ ਕਰੀ ਜਾਈਏ ਜਾਂ ਗੁਰਬਾਣੀ ਪੜ੍ਹੀ ਜਾਈਏ। ਤਪ ਜਿਹੜਾ ਕਸ਼ਟ ਹੋ ਕੇ ਔਖਿਆਂ ਹੋ ਕੇ ਕਰਨਾ। ਹੇ ਮਹਾਰਾਜ, ਨਾ ਤੇ ਜਪ ਹੈ ਸਾਡੇ ਕੋਲ, ਨਾ ਤੇ ਤਪ ਹੈ, ਨਾ ਕੋਈ ਬਰਾਤੀ ਹੈ, ਭਾਵ ਕੋਈ ਤਿਆਗ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਦਈਏ। ਕੋਈ ਭੋਜਨ ਪ੍ਰਸ਼ਾਦਾ ਤਿਆਗ ਕਰਕੇ ਅਤੇ ਮਹਾਰਾਜ ਤੁਹਾਡੇ ਨਾਮ ਦਾ ਸਿਮਰਨ ਕਰੀਏ। ਕੋਈ ਨਿਯਮ ਵੀ ਨਹੀਂ ਹੈ ਸਾਡੇ ਕੋਲ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸੱਚੇ ਪਾਤਸ਼ਾਹ ਜੀ ਸਾਡੇ ਕੋਲ ਕੋਈ ਜਪ ਨਹੀਂ ਹੈ, ਕੋਈ ਸਰੀਰ ਤੰਗ ਕਰਕੇ ਤਪ ਨਹੀਂ ਕੀਤਾ, ਕੋਈ ਨਿਯਮ ਤਿਆਗ ਨਹੀਂ ਹੈ ਸਾਡਾ। ਮੈਂ ਏਕ ਨਹਿ ਪਾਈਏ, ਇੱਕ ਵੀ ਮਹਾਰਾਜ ਮੋਹ ਮਹਿ ਏਕ ਨਹਿ ਪਾਈਏ। ਮੇਰੇ ਵਿੱਚ ਤੇ ਇੱਕ ਵੀ ਇਹ ਗੁਣ ਨਹੀਂ ਹੈ। ਕਬ ਆਇਓ ਹੈ ਸਰਨਾ, ਮਹਾਰਾਜ ਮੈਂ ਕਵੀ ਭਾਈ ਸੰਤੋਖ ਸਿੰਘ ਤੁਹਾਡੀ ਸ਼ਰਨ ਆਇਆ ਹਾਂ। ਗਹੇ ਧਾਏ ਕੈ ਚਰਨਾ, ਆ ਚਰਨ ਜਿਹੜੇ ਆਪ ਜੀ ਦੇ ਭੱਜ ਨੱਠ ਕੇ ਦੌੜ ਕੇ ਤੁਹਾਡੇ ਚਰਨ ਫੜੇ, ਤੁਹਾਡੀ ਸ਼ਰਨ ਆਇਆ ਹਾਂ ਗੁਰੂ ਗੋਬਿੰਦ ਸਿੰਘ ਜੀ। ਗੁਰੂ ਤਾਰਨ ਤਰਨਾ, ਕਿਉਂਕਿ ਮੈਂ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ, ਤਰਨ ਕਹੀਏ ਜਹਾਜ਼ ਵਾਂਗ ਹੈ। ਨਿਜ ਹੱਥ ਦਾ ਬਚਾਈਏ, ਆਪਣਾ ਹੱਥ ਦੇ ਕੇ ਮਹਾਰਾਜ ਸਾਨੂੰ ਬਚਾ ਲਈਏ ਜੀ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਤੁਹਾਡੇ ਸ਼ਰਨ ਵਿੱਚ ਆਏ, ਆਪਣਾ ਹੱਥ ਦੇ ਕੇ ਬਚਾ ਲਓ ਜੀ। महाराज हम मैले तुम उज्जल करते, हम निर्गुण तू दाता, हम मूर्ख तुम चतुर स्याणे, तू सर्व कला का ज्ञाता। माधो हम ऐसे तू ऐसा, हम पापी तुम पाप खंडन नीको ठाकर देसा। तुम सब साजे साज नवाजे, जियो पिंड दे प्राणा, निर्गुण यारे गुण नहीं कोई, तुम दान देहो मेहरबाना। महाराज असीं इहो ਜਿਹੇ ਹਾਂ, सच्चे पातशाह जी कृपा ही करो। तुम करो भला हम भलो न जान हैं, तुम सदा सदा दयाला, तुम सुखदाई पुरख विधाता, तुम रखो अपने बाला। अपने बच्चों ਨੂੰ ਹੱਥ ਦੇ ਕੇ ਰੱਖ ਲਓ ਜੀ। कबित अंतक पासन बचाए निज दासन को। ਹੁਣ ਦੱਸ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੈਸੇ ਹੈ, ਐਸੀ ਵਡਿਆਈ ਹੋਰ ਕਥਨ ਕਰ ਰਹੇ ਕਵੀ ਸਾਹਿਬ ਜੀ। ਕਹਿੰਦੇ ਹੈ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦਾਸਾਂ ਆਪਣੇ ਸੇਵਕਾਂ ਨੂੰ ਆ ਜਿਹੜਾ ਅੰਤਕ ਕਹੀਏ ਜਿਹੜਾ ਧਰਮ ਰਾਜਾ ਜਾਮੈ ਉਹਦੀਆਂ ਫਾਹੀਆਂ ਤੋਂ ਬਚਾਉਣ ਵਾਲੇ ਹੈ। ਹਾਥ ਮੈਂ ਸਰਾਸਨ ਅਰੂੜਤ ਤੁਰੰਗ ਕੇ। ਕਵੀ ਸਾਹਿਬ ਜੀ ਕਹਿੰਦੇ ਮੈਂ ਗੁਰੂ ਜੀ ਦੇ ਐਸੇ ਦਰਸ਼ਨ ਕਰ ਰਿਹਾ ਹਾਂ ਕਿ ਤਰੰਗ ਕਹੀਏ ਘੋੜੇ ਦੇ ਉੱਪਰ ਸਤਿਗੁਰੂ ਜੀ ਸਵਾਰ ਹੈ ਤੇ ਸਵਾਰ ਹੈ ਘੋੜੇ ਉੱਪਰ, ਹੱਥ ਵਿੱਚ ਧਨਖ ਬਾਣ ਤੀਰਾਂ ਨੂੰ ਚਲਾਉਣ ਵਾਲਾ ਬੜਾ ਸੁੰਦਰ ਜਿਹੜਾ ਧਨਖ ਉਹ ਧਾਰਨ ਕੀਤਾ ਹਸਤ ਕਮਲਾ ਵਿੱਚ। ਕਮਲ ਵਿਸਾਲ ਦਲ ਲੋਚਨ ਦਿਆਲ ਕਲ। ਸਤਿਗੁਰੂ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲੋਚਨ ਕਹੀਏ ਨੇਤਰ ਹੈ ਉਹ ਜਿਵੇਂ ਕਮਲ ਦੀਆਂ ਦਲ ਕਹੀਏ ਪੱਤੀਆਂ ਪੰਖੜੀਆਂ ਹੁੰਦੀਆਂ ਬੜੀਆਂ ਚੌੜੀਆਂ, ਇਵੇਂ ਸੱਚੇ ਪਾਤਸ਼ਾਹ ਦਿਆਲੂ ਮਹਾਰਾਜ ਜੀ ਦੇ ਕਲ ਕਹੀਏ ਬੜੇ ਸੁੰਦਰ ਨੇਤਰ ਹੈ, ਉਹ ਕਮਲ ਦੀਆਂ ਪੱਤੀਆਂ ਵਾਂਗ ਚੌੜੇ। ਇਵੇਂ ਜੋ ਗੁਰੂ ਜੀ ਦੇ ਮਹਾਨ ਨੇਤਰ ਹੈ ਕਮਲ ਦੀਆਂ ਪੰਖੜੀਆਂ ਵਾਂਗ ਚੌੜੇ ਤੇ ਬੜੇ ਚੌੜੇ ਤੇ ਬੜੇ ਤਿਰਛੇ। ਲੋਕਨ ਬਿਲੋਕ ਕੈ ਅਸੋਕ ਕਰੇ ਸੰਗ ਕੇ। ਇਸ ਤਰ੍ਹਾਂ ਕਾਲ ਸ਼ਬਦ ਇੱਧਰ ਲਾ ਲੈਣਾ ਹੈ ਕਿ ਕਲ ਲੋਕਣ ਬਿਲੋਕ ਕੈ ਅਸੋਕ ਕਰੇ ਸੰਗ ਕੇ। ਕਲ ਜਿਹੜਾ ਕਲ ਕਹੀਏ ਕਲਯੁਗ ਹੈ, ਕਲਯੁਗ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਗੁਰੂ ਜੀ ਬਿਲੋਕ ਦੇਖ ਕੇ ਤੱਕ ਕੇ ਤੇ ਸੰਗ ਕੇ ਅੰਮ ਢੱਕੇ ਮਾਤਰੀ, ਭਾਵ ਆ ਸ਼ੰਕਾ ਨਾਲ ਵੀ ਗੁਰੂ ਐਵੇਂ ਤਿਰਛਾ ਜਾਂ ਥੋੜ੍ਹਾ ਜਿਹਾ ਵੀ ਤੱਕ ਲੈਂਦੇ ਹੈ ਤੇ ਅਸੋਕ ਕਰੇ ਆ ਗਮ ਤੋਂ ਰਹਿਤ ਕਰ ਦਿੰਦੇ ਹੈ। ਇਸੇ ਤਰ੍ਹਾਂ ਅਰਥ ਵਾਸਤੇ ਕਿ ਸੰਗ ਕੇ ਲੋਕਨ ਬਿਲੋਕ ਕੈ, ਜਿਹੜੇ ਸੰਗ ਦੇ ਭਾਵ ਨਾਲ ਦੇ ਗੁਰੂ ਕੇ ਸਿੱਖ ਸੇਵਕ ਆਦ ਸੰਗਤ ਬੈਠੀ ਹੋਈ ਹੈ ਗੁਰੂ ਜੀ ਦੇ ਪਾਸ, ਉਹਨਾਂ ਨੂੰ ਤੱਕ ਕੇ ਮਹਾਰਾਜ ਆ ਗਮਾਂ ਤੋਂ ਰਹਿਤ ਫਿਕਰਾਂ ਤੋਂ ਰਹਿਤ ਆ ਸ਼ੋਕ ਤੋਂ ਰਹਿਤ ਕਰ ਦਿੰਦੇ ਹੈ। ਸੋਚਨ ਵਿਮੋਚਨ ਕੋ ਪੋਚਨ ਸੰਕੋਚ ਜਗ। ਇਸ ਤਰ੍ਹਾਂ ਗੁਰੂ ਜੀ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਆਪਣੇ ਸਿੱਖਾਂ ਦੀਆਂ ਉਹਨਾਂ ਸੋਚਾਂ ਨੂੰ ਕੱਟਣ ਵਾਲੇ ਹੈ ਤੇ ਪੋਚਨ ਜਿਹੜੇ ਬੜੇ ਨੀਚ ਲੋਕ ਸੀ, ਭੈੜੇ ਲੋਕ, ਬੁਰੇ ਲੋਕ, ਤੁਰਕਾਂ ਵੱਲ ਇਸ਼ਾਰਾ ਹੈ ਕਿ ਉਹ ਜਿਹੜੇ ਪੋਚਨ ਨੀਚ ਲੋਕ ਬੁਰੇ ਲੋਕ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੱਗ ਵਿੱਚ ਉਹਨਾਂ ਨੂੰ ਸੰਕੋਚ ਦਿੱਤਾ ਹੈ, ਭਾਵ ਮਾਤ ਪਾ ਦਿੱਤੀ। ਪੋਚਣ ਸੰਕੋਚ ਜੱਗ ਜਿਹੜੇ ਨੀਚ ਸਨ, ਭਾਵ ਜਿਨ੍ਹਾਂ ਨੂੰ ਲੋਕ ਨੀਵੇਂ ਸਮਝਦੇ ਸੀ ਵੀ ਇਹ ਛੋਟੀਆਂ ਜਾਤਾਂ ਦੇ ਹੈ, ਉਹਨਾਂ ਨੂੰ ਗੁਰੂ ਜੀ ਨੇ ਜਗਤ ਵਿੱਚ ਸੰਕੋਚ ਦਿੱਤਾ ਹੈ, ਘਟਾ ਦਿੱਤਾ ਹੈ। ਕਿਵੇਂ ਘਟਾਇਆ ਹੈ? ਅੰਮ੍ਰਿਤ ਛਕਾ ਕੇ। ਜਿਹੜਾ ਨੀਚ ਸੀ ਅੰਮ੍ਰਿਤ ਛਕ ਲਿਆ ਅਤੇ ਉਹਦਾ ਨਾਮ ਕੀ ਹੋ ਗਿਆ? ਖਾਲਸਾ। ਭਾਈ ਇਹ ਖਾਲਸਾ, ਹੁਣ ਇਹਨੂੰ ਕੋਈ ਦੀ ਜਾਤ ਦਾ ਨਾਮ ਲੈ ਕੇ ਨਹੀਂ ਬੁਲਾਉਣਾ ਹੈ। ਇਵੇਂ ਫਿਰ ਪੋਚਣ ਸੰਕੋਚੇ ਜੱਗ। ਜਗਤ ਦੇ ਵਿੱਚ ਆ ਜਿਹੜੇ ਭੈੜੇ ਜਾਤ ਦੇ ਸਨ, ਬੁਰੇ ਲੋਕ ਸਨ, ਉਹ ਗੁਰੂ ਜੀ ਦਾ ਪ੍ਰਤਾਪ ਦੇ ਕੇ ਸੰਕੋਚੇ ਗਏ, ਭਾਵ ਆ ਸ਼ਰਮਿੰਦੇ ਜੇ ਹੋਣ ਲੱਗੇ। ਨਯੋ ਪੰਥ ਧਾਰੀ ਬਲਹਾਰੀ ਅੰਗ ਅੰਗ ਕੇ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਨਵਾਂ ਪੰਥ ਧਾਰਨ ਕੀਤਾ, ਨਵਾਂ ਪੰਥ ਸਿਰਜਿਆ ਰਚਿਆ, ਖਾਲਸਾ ਪੰਥ ਜੋ ਮੁਕਤੀ ਦਾ ਪੰਥ ਹੈ, ਮੁਕਤੀ ਦਾ ਰਾਹ ਦੱਸਣ ਵਾਲਾ ਐਸਾ ਨਵਾਂ ਪੰਥ ਗੁਰੂ ਜੀ ਨੇ ਆ ਧਾਰਨ ਕੀਤਾ, ਸਿਰਜਿਆ। ਬਲਿਹਾਰੀ ਅੰਗ ਅੰਗ ਕੇ। ਕਵੀ ਸਾਹਿਬ ਜੀ ਕਹਿੰਦੇ ਮੈਂ ਗੁਰੂ ਜੀ ਤੋਂ ਅੰਗ ਅੰਗ ਕਰਕੇ ਬਲਿਹਾਰ ਜਾਨਾ ਹਾਂ, ਆ ਘੁੰਮਦਾ ਹਾਂ, ਵਾਰਨੇ ਫੇਰੇ ਨੇ ਜਾਨਾ ਹਾਂ, ਮਸਤਾਨਿਆਂ ਦੀ ਹਾਲ ਵਿੱਚ ਦੀਵਾਨਿਆਂ ਵਾਂਗ ਨੱਚਦਾ ਹਾਂ ਗੁਰੂ ਤੋਂ। ਭਾਗ ਜਿਗਾ ਸੰਗ ਖਚੇ ਮਾਨਕ ਸੁਰੰਗ ਰੰਗ। ਗੁਰੂ ਜੀ ਦੇ ਸਰੂਪ ਦੀ ਸ਼ੋਭਾ ਕਰਦੇ ਹੋਏ ਕਵੀ ਜੀ ਕਹਿੰਦੇ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਂ ਸਦਕੇ ਜਾਵਾਂ ਆਪ ਜੀ ਦੀ ਦਸਤਾਰ ਤੋਂ, ਜਿਸ ਦਸਤਾਰ ਦੇ ਉੱਪਰ ਆਪ ਜੀ ਨੇ ਆ ਜਿਗਾ ਬੜੀ ਸੁੰਦਰ ਸਜਾਈ ਹੋਈ ਹੈ, ਜਿਹੜੀ ਚੱਕਰੀ ਜੀ ਹੁੰਦੀ ਹੈ ਜਿਹਦੇ ਵਿੱਚ ਕਲਗੀ ਸਜਾਈ ਜਾਂਦੀ ਹੈ। ਹੇ ਸੱਚੇ ਪਾਤਸ਼ਾਹ ਦਸਤਾਰ ਉੱਪਰ ਜਿਹੜੀ ਜਿਗਾ ਬੜੀ ਸੱਜ ਰਹੀ ਹੈ, ਉਹਦੇ ਵਿੱਚ ਮਾਣਕ ਜਿਹੜੇ ਹੈ ਨਾਲ ਖਚੇ ਕਈਏ ਜੜੇ ਹੋਏ ਹੈ ਅਤੇ ਸੁਰੰਗ ਰੰਗ ਜੋ ਤਰ੍ਹਾਂ ਤਰ੍ਹਾਂ ਰੰਗ ਦੇ ਮਾਣਕ ਹੈ।
ਜਾਂ ਲਾਲ ਰੰਗ ਦੀਆਂ ਚਮਕਾਂ ਦਮਕਾਂ ਮਾਰਦੇ ਹੈ ਉਹ ਜਿਹੜੇ ਲੱਗੇ ਹੋਏ ਆ ਮਾਣਕ ਜਿਗਾ ਦੇ ਵਿੱਚ। ਵਾਰੋ ਮੈਂ ਉਮੰਗ ਮਨ ਕਲਗੀ ਉਤੰਗ ਕੇ। ਸੱਚੇ ਪਾਤਸ਼ਾਹ ਜੀ ਜੋ ਜਿਗਾ ਦੇ ਵਿੱਚ ਆਪ ਜੀ ਨੇ ਉੱਚੀ ਜੀ ਕਰਕੇ ਕਲਗੀ ਸਜਾਈ ਹੋਈ ਦਸਤਾਰ ਦੇ ਵਿੱਚ, ਤੇ ਮੇਰਾ ਮਨ ਇਹ ਉਮੰਗ ਕਰਦਾ ਹੈ ਕਿ ਮੈਂ ਆਪ ਜੀ ਤੋਂ ਆਪਣੇ ਮਨ ਨੂੰ ਵਾਰ ਦੇਵਾਂ, ਆਪਣੇ ਆਪ ਨੂੰ ਵਾਰ ਦੇਵਾਂ, ਜਾਂ ਮੈਂ ਆਪਣੇ ਮਨ ਵਿੱਚ ਬੜਾ ਉਤਸ਼ਾਹ ਕਰਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਸਤਾਰ ਤੋਂ ਸਦਕੇ ਜਾਣਾ, ਆਪ ਜੀ ਦੇ ਸਰੂਪ ਤੋਂ ਵਾਰਨੇ ਫੇਰਨੇ ਘੁੰਮਦਾ ਹਾਂ, ਆ ਮਰ ਮਰ ਜਾਨਾ ਹਾਂ। ਸਵਈਆ ਸ਼ਬ ਛਾਪ ਛਲਾਇਨ ਚਾਰ ਸ਼ਕੀ। ਸ਼ਬ ਕਹੀਦਾ ਹੈ ਛਵੀ ਜਾਂ ਸੁੰਦਰਤਾ। ਜੋ ਛਾਪਾਂ ਸਤਿਗੁਰ ਜੀ ਦੀ ਜਿਹੜੀ ਸੋਭਾ ਕਰ ਰਹੇ ਹੈ ਨਾ, ਇਹ ਰਾਜ ਸੋਭਾ ਵਰਣਨ ਕਰ ਰਹੇ ਮਹਾਰਾਜ ਦੀ, ਕਿਉਂਕਿ ਗੁਰੂ ਜੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ। ਗੁਰੂ ਜੀ ਰਾਜਾਂ ਦੇ ਰਾਜੇ ਸੀ, ਰਾਜ ਸੀ ਠਾਠ ਬਾਠ ਦਾ ਕਥਨ ਕਵੀ ਸਾਹਿਬ ਜੀ ਕਰ ਰਹੇ ਹੈ। ਕਹਿੰਦੇ ਹੈ ਮਹਾਰਾਜ ਆਪ ਜੀ ਦੀ ਛਾਪਾਂ ਦੀ ਜਿਹੜੀ ਛਵੀ ਹੈ ਸੁੰਦਰਤਾ ਹੈ ਬੜੀ ਸੋਭ ਰਹੀ ਹੈ। ਛਲਾਇਨ ਜਿਹੜੇ ਛੱਲੇ ਹੈ ਉਹਨਾਂ ਦੀ ਛਵੀ ਸੁੰਦਰਤਾ ਬੜੀ ਸੋਭ ਰਹੀ ਹੈ। ਜਾਂ ਇਵੇਂ ਕਰ ਲੈਣਾ ਕਿ ਛਾਪਾਂ ਦੀ ਜਿਹੜੀ ਸੁੰਦਰਤਾ ਹੈ, ਇਸੇ ਤਰ੍ਹਾਂ ਜਿਹੜੀ ਛੱਲਿਆਂ ਦੀ ਚਾਰ ਕੇ ਸੁੰਦਰਤਾ ਹੈ ਸ਼ਕੀ, ਉਹ ਬੜੀ ਸੱਜ ਫੱਬ ਰਹੀ ਹੈ, ਉਹ ਬੜੀ ਅਚਰਜ ਕਰ ਰਹੀ ਹੈ, ਉਹ ਬੜੀ ਅਵਿਸਮਾਦ ਦੀ ਅਵਸਥਾ ਵਿੱਚ ਲੈ ਕੇ ਜਾ ਰਹੀ ਹੈ, ਹੈਰਾਨ ਕਰ ਰਹੀ ਹੈ। ਕੱਟ ਤੇ ਤਟ ਕਾਸ਼ ਕਸ਼ੀ ਬਿਦ ਆਸ਼ੀ। ਕਾਸ਼ ਕਸ਼ੀ ਬਿਦ ਆਛੀ। ਮਹਾਰਾਜ ਜਿਹੜੀ ਆਪ ਜੀ ਨੇ ਆਪਣੇ ਕਮਰ 'ਤੇ, ਕੱਟ ਕਹੀਦਾ ਹੈ ਕਮਰ ਨੂੰ, ਜੋ ਕਮਰ ਦੇ ਕਿਨਾਰੇ 'ਤੇ ਜਿਹੜੀ ਕਾਸ਼ ਕਹੀਏ ਕਛਹਿਰਾ ਹੈ, ਇਹਨੂੰ ਆਪ ਜੀ ਨੇ ਬੜਾ ਚੰਗੀ ਤਰ੍ਹਾਂ ਕੱਸਿਆ ਹੋਇਆ, ਚੰਗੀ ਤਰ੍ਹਾਂ ਕੱਸ ਕੇ ਤੇ ਬੰਨਿਆ ਹੋਇਆ ਹੈ, ਬੜਾ ਸੁੰਦਰ ਲੱਗ ਰਿਹਾ ਹੈ। ਇੱਕ ਤਾਂ ਹੁੰਦਾ ਨਾ ਅਸੀਂ ਤਾਂ ਜਿਹੜੇ ਕਛਹਿਰੇ ਸੋਨੇ, ਪਹਿਲੀ ਗੱਲ ਉਹਨਾਂ ਦੀ ਮਰਿਆਦਾ ਕੋਈ ਨਹੀਂ। ਦੂਜੇ ਜਿਹੜੇ ਹੁਣ ਟਕਸਾਲਾਂ ਵਿੱਚ ਸੰਪਰਦਾ ਦੇ ਜਥੇਬੰਦੀਆਂ ਦੇ ਸਿੰਘ ਕਛਹਿਰੇ ਪਾਉਂਦੇ ਹੈ, ਗੋਡਿਆਂ ਤੱਕ ਜਿਹਦੀ ਮਰਿਆਦਾ ਹੈ ਉਹ ਧਾਰਨ ਕਰਦੇ ਹੈ। ਫਿਰ ਇੱਕ ਹੁੰਦਾ ਕਛਹਿਰਾ ਵੀ ਕਈਆਂ ਨੂੰ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਉਹਦੀਆਂ ਚੋਣਾਂ ਜਿਹੀਆਂ ਪਿਛਾਂਹ ਵੱਲ ਕੀਤੀਆਂ ਹੁੰਦੀਆਂ। ਅਤੇ ਇੱਕ ਹੁੰਦਾ ਜਿਹੜਾ ਹੈ ਸਾਰੀਆਂ ਚੋਣਾਂ ਜਿਹੀਆਂ ਮੂਹਰੇ ਕਰਕੇ ਅੱਗੇ ਵੱਲ ਨੂੰ, ਅਤੇ ਉਹਦਾ ਜਿਹੜਾ ਝੁਕਾਅ ਜਾਂ ਗੋਡਿਆਂ 'ਤੇ ਆ ਜਾਣਾ। ਇਵੇਂ ਗੁਰੂ ਮਹਾਰਾਜ ਜੀ ਨੇ ਜਿਹੜਾ ਕਛਹਿਰਾ ਹੈ ਆਪਣੇ ਕਮਰ 'ਤੇ ਆ ਬੜਾ ਚੰਗੀ ਵਿਧੀ ਨਾਲ, ਬੜਾ ਸੁੰਦਰ ਤਰੀਕੇ ਨਾਲ ਆ ਕੱਸਿਆ ਹੋਇਆ ਹੈ। ਕਰ ਕੰਕਨ ਕੰਚਨ ਹੀਰ ਗਚੇ ਵਿੱਚ। ਕਰ ਕੰਕਨ ਕੰਚਨ ਹੀਰ ਗਚੇ ਵਿੱਚ। ਅਤੇ ਜਿਹੜੇ ਸਤਿਗੁਰ ਜੀ ਦੇ ਹਸਤਾਂ ਕਮਲਾਂ ਵਿੱਚ ਕੰਕਣ ਕਈ ਜਿਹੜੇ ਕੰਗਣ ਹੈ, ਉਹਨਾਂ ਕੰਗਣਾਂ ਦੇ ਜਿਹੜੇ ਕੰਗਣ ਸੋਨੇ ਦੇ ਹੈ, ਉਹਨਾਂ ਵਿੱਚ ਆ ਹੀਰੇ ਬੜੇ ਜਵਾਹਰਾਤ ਬੜੇ ਜੜੇ ਹੋਏ ਹੈ। ਚੰਚਲ ਲੋਚਨ ਜੋ ਜਲ ਮਾਛੀ। ਅਤੇ ਸਤਿਗੁਰ ਜੀ ਦੇ ਜਿਹੜੇ ਕੜਿਆਂ ਵਿੱਚ ਹੀਰੇ ਜੜੇ ਹੋਏ ਹੈ ਨਾ, ਅਤੇ ਸੋਨੇ ਦਾ ਜਿਹੜਾ ਕੜਾ ਹੈ ਕੰਗਣ ਹੈ, ਉਹਨਾਂ ਉੱਪਰ ਕਹਿੰਦੇ ਜਿਹੜੇ ਨੇਤਰ ਹੈ ਵੇਖਣ ਵਾਲਿਆਂ ਦੇ ਉਹ ਚੰਚਲ ਹੋ ਰਹੇ ਹੈ, ਭਾਵ ਟਿਕ ਨਹੀਂ ਰਹੇ, ਨਹੀਂ ਚਮਕ ਦਮਕ ਹੈ ਕੜਿਆਂ ਦੀ, ਐਸੇ ਹੀਰੇ ਚਮਕ ਰਹੇ ਹੈ, ਉਹਨਾਂ ਦੀ ਐਸੀ ਸੋਭਾ, ਨੇਤਰ ਜਿਹੜੇ ਹੈ ਉਹ ਚੰਚਲ ਹੋ ਰਹੇ। ਕਹਿੰਦੇ ਜਿਵੇਂ ਜਲ ਮਾਛੀ, ਜਿਵੇਂ ਜਲ ਦੇ ਵਿੱਚ ਮੱਛੀ ਬੜੀ ਚੰਚਲ ਹੁੰਦੀ ਹੈ, ਸੈਕਿੰਡ ਦੇ ਵਿੱਚ ਮਿੰਟ 'ਚ ਕਿੱਥੇ ਦੀ ਕਿੱਥੇ ਚਲ ਜਾਂਦੀ ਹੈ, ਉਹ ਚੰਚਲ ਹੁੰਦੀ ਨਾ ਮੱਛੀ। ਇਵੇਂ ਕਹਿੰਦੇ ਨੇਤਰ ਚੰਚਲ ਹੋ ਰਹੇ, ਭਾਵ ਉਹ ਸਤਿਗੁਰੂ ਜੀ ਦੇ ਸੁੰਦਰ ਕੰਗਣਾ ਵੱਲ ਦੇਖਿਆ ਨਹੀਂ ਜਾਂਦਾ, ਹੀ ਰਹਿੰਦੀ ਐਸੀ ਦਮਕ ਹੈ। ਗਰ ਪ੍ਰਭ੍ਰਿਤ ਨੀਵ ਮਨੋਗ ਬਨਿਓ। ਤੇ ਗੁਰੂ ਜੀ ਨੇ ਗਲ ਦੇ ਵਿੱਚ ਆਪਣੇ ਕੰਠ 'ਚ ਬੜਾ ਸੁੰਦਰ ਚੋਗਾ ਜਾਮਾ ਚੋਲਾ ਪਾਇਆ ਹੋਇਆ, ਜਿਹੜਾ ਬੜਾ ਨੀਵਾ ਹੈ, ਮਨੋਗ ਮਨ ਨੂੰ ਹਰਨ ਵਾਲਾ ਹੈ, ਮਨ ਨੂੰ ਚਰਾਉਣ ਵਾਲਾ, ਮਨ ਨੂੰ ਪ੍ਰਸੰਨ ਕਰਨ ਵਾਲਾ, ਬੜਾ ਸੁੰਦਰ ਸੱਜ ਬਣ ਰਿਹਾ ਹੈ। ਬਾਰ ਚੀਰਨ ਕੀ ਕਰ ਪੋਸ਼ਿਸ਼ ਕਾਸ਼ੀ। ਤੇ ਸੁੰਦਰ ਜਿਹੜਾ ਕੱਪੜਾ ਹੈ, ਉਹਦੀ ਪੁਸ਼ਾਕਾ ਜਿਹੜਾ ਹੈ
ਉਹ ਗੁਰੂ ਜੀ ਨੇ ਪਹਿਨਿਆ ਹੋਇਆ ਹੈ। ਇਹ ਜਿਹੜਾ ਕਵੀ ਸਾਹਿਬ ਜੀ ਵਰਣਨ ਕਰ ਰਹੇ ਗੁਰੂ ਜੀ ਦਾ, ਇਹ ਵੀਰ ਆਸਣ ਦਾ ਵਰਣਨ ਕਰ ਰਹੇ ਹੈ। ਵੀਰ ਆਸਣ ਗੁਰੂ ਜੀ ਨੇ ਲਾਇਆ ਹੋਇਆ ਹੈ ਅਤੇ ਤਾਂ ਹੀ ਤਾਂ ਕਵੀ ਸਾਹਿਬ ਜੀ ਸੋਭਾ ਕਰ ਰਹੇ। ਜੇ ਗੁਰੂ ਜੀ ਚੌਂਕੜਾ ਮਾਰ ਕੇ ਵਿਰਾਜਮਾਨ ਹੁੰਦੇ ਤਾਂ ਫਿਰ ਗੁਰੂ ਜੀ ਦਾ ਕਛਹਿਰਾ ਆਦਿਕ ਨਹੀਂ ਸੀ ਦੇ ਸਕਦਾ। ਇਵੇਂ ਵੀਰ ਆਸਣ ਉਹਦਾ ਕਥਨ ਕਵੀ ਜੀ ਕਰ ਰਹੇ ਹੈ ਕਿ ਜਿਵੇਂ ਗੋਡੇ ਭਾਰ ਹੋ ਕੇ ਬੈਠਣਾ। ਕਹਿੰਦੇ ਗੁਰੂ ਜੀ ਦੇ ਜਿਹੜੇ ਸ੍ਰੇਸ਼ਟ ਜਿਹੜੇ ਕੱਪੜੇ ਦਾ ਆ ਪੋਸ਼ਾਕਾ ਧਾਰਨ ਕੀਤਾ ਹੈ। ਕਰ ਤੀਰ ਧਰੇ ਕਰ ਫੇਰਤ ਹੇਰਤ। ਤਿੱਖਾ ਜਿਹੜਾ ਤੀਰ ਹੈ ਗੁਰੂ ਜੀ ਨੇ ਆਪਣੇ ਹਸਤ ਕਮਲਾਂ ਵਿੱਚ ਧਾਰਨ ਕੀਤਾ ਹੈ। ਉਹ ਤੀਰ ਨੂੰ ਮਾਰ ਹੈ ਫੇਰਦੇ ਘੁਮਾਉਂਦੇ ਹੈ, ਤੀਰ ਘੁਮਾ ਰਹੇ ਹੈ ਅਤੇ ਇੱਧਰ ਉੱਧਰ ਆਪਣਾ ਨਿਸ਼ਾਨਾ ਤੱਕ ਕੇ ਮਾਰ ਲਈ ਦੇਖ ਰਹੇ ਹੈ। ਇੱਥੇ ਖਰ ਪਾਠ ਆਇਆ, ਜੇ ਧਨ ਪਾਠ ਹੋਵੇ ਅਤੇ ਫਿਰ ਇਵੇਂ ਹੋ ਜਾਂਦਾ ਵੀ ਧਨਖ ਬਾਣ, ਧਨਖ ਅਤੇ ਤੀਰ, ਵੀ ਗੁਰੂ ਜੀ ਨੇ ਧਨਖ ਅਤੇ ਤੀਰ ਧਰਿਆ ਹੋਇਆ ਆਪਣੇ ਹਸਤ ਕਮਲਾਂ ਵਿੱਚ, ਉਹਨੂੰ ਘੁਮਾ ਰਹੇ ਤੀਰ ਨੂੰ ਅਤੇ ਨਿਸ਼ਾਨਾ ਮਾਰਨ ਵਾਸਤੇ ਇੱਧਰ ਉੱਧਰ ਤੱਕ ਰਹੇ ਹੈ। ਦੇਹ ਧਰੇ ਨਰ ਪੂਰਨ ਸਾਖੀ। ਕਵੀ ਸਾਹਿਬ ਜੀ ਕਹਿੰਦੇ ਮੈਂ ਤਾਂ ਇਵੇਂ ਜਾਣ ਲਿਆ ਹੈ ਕਿ ਜੋ ਪੂਰਨ ਸਾਖੀ ਹੈ ਨਾ ਪਰਮਾਤਮਾ, ਜੋ ਦ੍ਰਿਸ਼ਟਾ ਰੂਪ ਹੈ, ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਜਿਹਨੇ ਸ੍ਰਿਸ਼ਟੀ ਰਾਜੀ ਸਾਜੀ ਹੈ ਅਤੇ ਸਾਰੀ ਦੁਨੀਆ ਨੂੰ ਹੀ ਵੇਖ ਰਿਹਾ ਹੈ। ਮੈਂ ਤਾਂ ਸਮਝਿਆ ਵੀ ਉਸ ਪਰਮੇਸ਼ਰ ਨੇ ਹੀ ਆ ਮਨੁੱਖਾ ਦੇਹ ਧਾਰਨ ਕਰਕੇ ਸੰਸਾਰ ਮਾਤ ਲੋਕ 'ਤੇ ਆਏ ਹੋਏ ਹੈ। ਜੋ ਪਰਮੇਸ਼ਰ ਪੂਰਨ ਸਾਖੀ ਕਹੀਏ, ਦ੍ਰਿਸ਼ਟਾ ਰੂਪ ਭਾਵ ਦੇਖਣ ਵਾਲਾ ਹੋ ਰਿਹਾ ਹੈ, ਜੋ ਜੀਵਾਂ ਦੇ ਵਿੱਚ ਵੀ ਅਤੇ ਤਿੰਨ ਅਵਸਥਾ ਵਿੱਚ ਹੀ ਦ੍ਰਿਸ਼ਟਾ ਰੂਪ ਹੋ ਰਿਹਾ। ਸੁਖੋਪਤ ਅਵਸਥਾ ਵਿੱਚ ਦ੍ਰਿਸ਼ਟਾ ਰੂਪ ਹੋ ਰਿਹਾ ਹੈ, ਪ੍ਰਾਗੈ ਨਾਮੇ ਜੀਵ ਰੂਪ ਵਿੱਚ। ਇਸੇ ਤਰ੍ਹਾਂ ਜਿਹੜੀ ਸੁਪਨ ਅਵਸਥਾ ਹੈ ਉਹਦੇ ਵਿੱਚ ਤੇਜਸ ਨਾਮੇ ਜੀਵ ਰੂਪ ਹੋ ਕੇ ਦ੍ਰਿਸ਼ਟਾ ਹੋ ਕੇ ਵੇਖ ਰਿਹਾ ਹੈ, ਅਤੇ ਜਿਹੜਾ ਜਾਗਰਤ ਅਵਸਥਾ ਹੈ ਉਹਦੇ ਵਿੱਚ ਵਿਸ਼ਵ ਨਾਮੇ ਜੀਵ ਰੂਪ ਹੋ ਕੇ ਪਰਮੇਸ਼ਰ ਦ੍ਰਿਸ਼ਟਾ ਰੂਪ ਹੋ ਕੇ ਵੇਖ ਰਿਹਾ ਹੈ। ਐਵੇਂ ਤਿੰਨੇ ਅਵਸਥਾ ਵਿੱਚ ਪਰਮਾਤਮਾ ਜੀਵ ਇਹ ਸਰੀਰ ਵਿੱਚ ਵਸ ਕੇ ਦ੍ਰਿਸ਼ਟਾ ਰੂਪ ਹੋ ਕੇ ਵਸ ਰਿਹਾ ਹੈ। ਸਭ ਕੇ ਮੱਧ ਅਲਿਪਤ ਹੋ ਰਿਹਾ, ਸਾਰਿਆਂ ਦੇ ਵਿੱਚ ਵੀ ਹੈ ਬਾਹਰ ਵੀ ਹੈ। ਉਹ ਜੋ ਪੂਰਨ ਸਾਖੀ ਹੈ, ਕਵੀ ਸਾਹਿਬ ਜੀ ਕਹਿੰਦੇ ਮੈਂ ਇਵੇਂ ਜਾਣਿਆ ਕਿ ਉਸ ਪਰਮੇਸ਼ਰ ਨੇ ਹੀ ਆ ਜਿਹੜਾ ਮਨੁੱਖਾ ਦੇਹ ਧਰ ਕੇ ਸਰੀਰ ਧਾਰਨ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਆਏ ਹੋਏ ਹੈ। ਸਵਈਆ ਕਟ ਸੋ ਪਟ ਤੇਗ ਨਿਖੰਗ ਕਸੇ। ਇਸ ਤਰ੍ਹਾਂ ਹੋਰ ਸੋਭਾ ਕਰਕੇ ਕਹਿ ਰਹੇ ਹੈ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਗੁਰੂ ਜੀ ਦਾ ਕਮਰ ਹੈ, ਅਤੇ ਕਮਰ ਨਾਲ ਗੁਰੂ ਜੀ ਨੇ ਪੱਟ ਕਹੀਏ ਜਿਹੜਾ ਕੱਪੜਾ ਬੱਧਾ ਹੋਇਆ ਹੈ, ਉਹਨੂੰ ਕੱਸਿਆ ਹੋਇਆ ਚੰਗੀ ਤਰ੍ਹਾਂ ਕਮਰ ਕੱਸੇ ਨੂੰ। ਕਮਰ ਕੱਸੇ ਨੂੰ ਕੱਸਿਆ ਦੇ ਵਿੱਚ ਤੇਗਾ ਜਿਹੜਾ ਹੈ ਬੜਾ ਜਿਹੜਾ ਫਲਾਦੀ ਲੋਹੇ ਦਾ ਬਣਿਆ ਹੋਇਆ ਉਹ ਧਾਰਨ ਕੀਤਾ, ਕਮਰ ਕੱਸੇ ਵਿੱਚ ਦਿੱਤਾ ਹੋਇਆ ਤੇਗੇ ਨੂੰ। ਨਿਖੰਗ ਜਿਹੜਾ ਤੀਰਾਂ ਦਾ ਭੱਥਾ ਹੈ ਉਹ ਵੀ ਉਹ ਕਮਰ ਕੱਸੇ ਦੇ ਨਾਲ ਐਂ ਸਜਾ ਕੇ ਕੱਸ ਕੇ ਬੰਨਿਆ ਹੋਇਆ ਹੈ। ਮੁਖ ਮੰਦ ਹਸੇ ਦਮਕਾ ਕੇ ਛਟਾਹੀ। ਜਦੋਂ ਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਆ ਮੰਦ ਕਹੀਏ ਥੋੜ੍ਹਾ ਜਿਹਾ ਮੁਸਕਰਾਉਂਦੇ ਹੈ, ਹੱਸਦੇ ਹੈ, ਅਤੇ ਸਾਧ ਸੰਗਤ ਜੀ ਉਹ ਜਿਹੜੇ ਗੁਰੂ ਜੀ ਦੇ ਦੰਤ ਹੈ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਜੋ ਗੁਰੂ ਸਾਹਿਬ ਜੀ ਦੇ ਸੁੰਦਰ ਹੋਠਾਂ ਵਿੱਚ ਲਾਲ ਸੁਰਖ ਹੋਠਾਂ ਵਿੱਚ ਮੂੰਗਿਆਂ ਵਰਗੇ ਦੰਦ ਹੈ, ਉਹ ਕਹਿੰਦੇ ਜਦੋਂ ਗੁਰੂ ਜੀ ਮੁਸਕਰਾਉਂਦੇ ਤੇ ਮਾਨੋ ਕਿ ਜਿਹੜੀ ਬਿਜਲੀ ਹੈ ਨਾ ਆਸਮਾਨ ਵਿੱਚ ਉਹੀ ਚਮਕ ਰਹੀ ਹੈ, ਦਮਕਾ ਮਾਰ ਰਹੀ ਹੈ। ਮੁਕਤਾ ਗਰ ਮਾਲ ਵਿਸਾਲ ਬਣੀ। ਐਵੇਂ ਗੁਰੂ ਜੀ ਦੇ ਕੰਠ ਦੇ ਵਿੱਚ ਮੋਤੀਆਂ ਦੀ ਜਿਹੜੀ ਮਾਲਾ ਹੈ ਉਹ ਬੜੀ ਬਣ ਠਣ ਰਹੀ, ਬੜੀ ਸੱਜ ਫੱਬ ਰਹੀ ਹੈ। ਸਮਸਰਾਨਨ ਸਿਆਮ ਭਲੀ ਬਮਾਹੀ। ਸਮਸਰਾਨਨ, ਸਮਸ ਦਾ ਅਰਥ ਹੁੰਦਾ ਹੈ ਜਿਹੜਾ ਦਾੜਾ, ਅਤੇ ਆਨਨ ਕਹੀਏ ਮੁਖ ਨੂੰ। ਜੋ ਦਾੜਾ ਹੈ ਮੁਖ 'ਤੇ ਉਹ ਕਾਲਾ ਹੈ, ਬੜਾ ਕਾਲਾ ਹੈ ਦਾੜਾ। ਮੁਖ ਗੁਰੂ ਜੀ ਦਾ ਜਿਹੜਾ ਬੜਾ ਸੁੰਦਰ ਹੈ, ਗੋਰ ਨਖੁਰ ਲਾਲ ਸੁਰਖ ਹੈ,
ਤੇ ਦਾੜਾ ਜਿਹੜਾ ਸਤਿਗੁਰੂ ਜੀ ਦਾ ਉਹ ਬੜਾ ਕਾਲੇ ਰੰਗ ਦਾ, ਉਹਦੀ ਤੇ ਬਹੁਤੀ ਜਿਹੜੀ ਉਪਮਾ ਇਸ਼ਾਰੇ ਬੜਾ ਫੱਬ ਰਿਹਾ ਹੈ। ਹਿਤ ਸੋ ਤਮ ਸੋਮ ਕੇ ਪਾਸ ਬਸਿਓ। ਕਹਿੰਦੇ ਭਾਈ ਐਵੇਂ ਸਮਝ ਲਓ ਕਿ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੋਵੇ ਤੇ ਉਹ ਬੜਾ ਚਮਕੇ ਤੇ ਆਸ-ਪਾਸ ਹਨੇਰਾ ਹੀ ਹਨੇਰਾ ਹੋਵੇ ਤੇ ਹਨੇਰਾ ਪਿਆਰ ਨਾਲ ਵਸਿਆ ਹੋਵੇ। ਮਾਨੋ ਕਿ ਸਤਿਗੁਰੂ ਜੀ ਦਾ ਸੁੰਦਰ ਮੁਖੜਾ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਦਮਕਾ ਮਾਰਿਆ ਪ੍ਰਕਾਸ਼ ਕਰ ਰਿਹਾ ਹੈ। ਤੇ ਜਿਹੜਾ ਹੈ ਦਾੜਾ, ਇਹ ਮਾਨੋ ਕਿ ਜਿਹੜਾ ਹਨੇਰਾ ਹੈ, ਹਨੇਰਾ ਹੀ ਬੜੇ ਪਿਆਰ ਦੇ ਨਾਲ ਚੰਦਰਮਾ ਦੇ ਪਾਸ ਆ ਗਿਆ ਹੋਵੇ। ਮੁਖ ਪੰਕਜ ਪੈ ਮਦ ਪੁੰਜ ਸੁਹਾਈ। ਇੱਕ ਵਾਰ ਫਿਰ ਇਵੇਂ ਕਿ ਹਿਤ ਸੋ ਤਮ ਸੋਮ ਕੇ ਪਾਸ ਬਸਿਓ, ਵੀ ਚੰਦਰਮਾ ਦੇ ਪਾਸ ਮਾਨੋ ਕਿ ਹਨੇਰਾ ਬੜੇ ਪਿਆਰ ਨਾਲ ਵਸ ਰਿਹਾ। ਇਸੇ ਤਰ੍ਹਾਂ ਗੁਰੂ ਜੀ ਦਾ ਸਰੂਪ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਚਮਕ ਦਮਕ ਰਿਹਾ ਹੈ ਤੇ ਮਾਨੋ ਕਿ ਜਿਹੜਾ ਦਾੜਾ ਉਹ ਹਨੇਰਾ ਹੈ ਤੇ ਬੜੇ ਪਿਆਰ ਨਾਲ ਆ ਕੇ ਵਸ ਗਿਆ ਹੈ। ਮੁਖ ਪੰਕਜ ਪੈ ਮਦ ਪੁੰਜ ਸੁਹਾਈ। ਜਿਵੇਂ ਕਮਲ ਦੇ ਫੁੱਲ ਦੇ ਆਲੇ ਦੁਆਲੇ ਜਿਹੜੇ ਮੱਧ ਕਈਏ ਭੌਰੇ ਹੈ, ਉਹਨਾਂ ਦਾ ਸਮੂਹ ਬੜਾ ਸੋਭਨੀਕ ਹੁੰਦਾ, ਆਸੇ ਪਾਸੇ ਘੁੰਮਦਾ ਹੈ, ਕਾਲੇ ਕਾਲੇ ਭੌਰੇ ਹੁੰਦੇ ਹੈ। ਮਾਨੋ ਕਿ ਗੁਰੂ ਜੀ ਦਾ ਜਿਹੜਾ ਮੁਖਾਰ ਬਿੰਦ ਹੈ ਇਹ ਕਮਲ ਦੀ ਨਿਆਈ ਹੈ, ਮੁੱਖ ਪੰਕਜ ਕਮਲ ਦੀ ਨਿਆਈ ਹੈ, ਤੇ ਜਿਹੜੇ ਦਾੜਾ ਹੈ ਕਾਲਾ ਇਹ ਮਾਨੋ ਕਿ ਭੌਰਿਆਂ ਦੀ ਨਿਆਈ ਬੜਾ ਸੁਹਾਰਿਆ, ਬੜਾ ਸੋਭਨੀਕ ਹੋ ਰਿਹਾ, ਫੱਬ ਰਿਹਾ ਹੈ। ਅਬ ਆਨ ਕੀ ਆਸ ਨਿਰਾਸ ਭਈ। ਕਵੀ ਸਾਹਿਬ ਜੀ ਇੱਥੇ ਕਹਿ ਰਹੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੈਨੂੰ ਹੁਣ ਕਿਸੇ ਦੀ ਆਸਾ ਨਹੀਂ ਰਹਿ ਗਈ ਹੈ, ਮੈਂ ਨਿਰਾਸ਼ਾ ਹੋ ਗਿਆ ਹਾਂ। ਸਾਰੀਆਂ ਆਸਾਂ ਤੋਂ ਰਹਿਤ ਹੋ ਕੇ ਮੈਨੂੰ ਤੇ ਗੁਰੂ ਮਹਾਰਾਜ ਤੁਹਾਡੀ ਹੀ ਆਸ ਹੈ। ਕਲਗੀ ਧਰ ਬਾਸ ਕੀਓ ਮਨ ਮਾਹੀ। ਕਲਗੀ ਨੂੰ ਧਾਰਨ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੈਂ ਤੇ ਮਨ ਵਿੱਚ ਤੁਹਾਡੀ ਹੀ ਆਸ ਰੱਖੀ ਹੋਈ, ਮੈਨੂੰ ਹੋਰ ਕਿਸੇ ਦੀ ਆਸ ਨਹੀਂ ਹੈ। ਇਹ ਕਵੀ ਸਾਹਿਬ ਜੀ ਨੇ 2-3 ਥਾਵਾਂ 'ਤੇ ਐਵੇਂ ਬਚਨ ਲਿਖਿਆ ਹੈ। ਸੱਚੇ ਪਾਤਸ਼ਾਹ ਜੀ, ਤੁਹਾਡਾ ਐਸਾ ਮੁਖਾਰ ਬਿੰਦ ਹੈ, ਐਸਾ ਤੁਹਾਡਾ ਸਰੂਪ ਹੈ। ਗੁਰੂ ਮਹਾਰਾਜ ਜਿਹੜੇ ਗੁਰੂ ਜੀ ਦੇ ਐਸੇ ਹੋਣ, ਉਹਨਾਂ ਨੂੰ ਹੋਰ ਕਿਸੇ ਦੀ ਆਸ ਕਿਉਂ ਹੋਵੇ, ਉਹ ਹੋਰ ਕਿਤੇ ਕਿਉਂ ਜਾਣ। ਪਰ ਸਾਡੇ ਗੁਰੂ ਕਿਹੋ ਜਿਹੇ ਆ ਜਾਂ ਕਿਹੋ ਜਿਹੇ ਨਹੀਂ ਆ, ਇਹ ਤਾਂ ਅਸੀਂ ਜਾਣਦੇ ਹਾਂ। ਸਾਨੂੰ ਤਾਂ ਬਸ ਸੁੱਖ ਚਾਹੀਦਾ ਹੈ, ਸਾਨੂੰ ਤਾਂ ਬਸ ਦਾਤਾਂ ਚਾਹੀਦੀਆਂ, ਉਹ ਕਿਤੋਂ ਵੀ ਮਿਲ ਜਾਣ। ਕਹਿੰਦੇ ਜੀ ਆ ਬਾਬਾ ਤਵੀਤ ਕਰ ਦਿੰਦਾ ਹੈ ਤੇ ਉਹ ਜਿਹੜਾ ਬੱਚਾ ਉਹ ਜੰਮ ਜਾਂਦਾ ਹੈ, ਬੱਚਾ ਹੋ ਜਾਂਦਾ ਹੈ। ਬੜੇ ਬੜੇ ਲੋਕ ਤੁਰੇ ਫਿਰਦੇ ਐਵੇਂ, ਤੇ ਪਰ ਭਾਈ ਵੇਖ ਲਓ ਵੀ ਤੁਹਾਨੂੰ ਤੇ ਤਵੀਤ ਦੇ ਦਿੱਤਾ ਬਾਬੇ ਨੇ ਤੇ ਬੱਚਾ ਹੋ ਗਿਆ, ਪਰ ਉਹ ਜਿਹੜੀਆਂ ਕੁੱਤੀਆਂ ਆ ਉਹਨਾਂ ਨੂੰ ਕਿਸ ਸੰਤ ਨੇ ਜਿਹੜਾ ਤਵੀਤ ਬਣਾ ਕੇ ਦਿੱਤਾ ਹੈ, ਜਿਹੜੀਆਂ ਸੂਰੀਆਂ ਆ ਉਹਨਾਂ ਨੂੰ ਕਿਸ ਸੰਤ ਨੇ ਤਵੀਤ ਬਣਾ ਕੇ ਦਿੱਤਾ ਹੈ। ਨਾ ਦੇ ਕੁੱਤੀਆਂ ਦੇ ਕਤੂਰੇ ਥੋੜ੍ਹੇ ਹੁੰਦੇ, ਨਾ ਸੂਰੀਆਂ ਦੇ ਬੱਚੇ ਘੱਟ ਹੁੰਦੇ ਆ। ਗੱਲ ਕੀ ਹੈ, ਸਾਨੂੰ ਭਰੋਸਾ ਗੁਰੂ ਦੇ ਕੋਈ ਨਹੀਂ ਰਹਿ ਗਿਆ, ਸਾਨੂੰ ਬਾਬਿਆਂ ਦੇ ਜ਼ਿਆਦਾ ਭਰੋਸਾ ਹੈ। ਪਰ ਸਾਧ ਸੰਗਤ ਜੀ, ਇਹ ਤਾਂ ਭਰੋਸਾ ਹੀ ਸਾਡਾ ਮਰ ਗਿਆ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਭ ਕੁਝ ਦੇ ਸਕਦੇ ਆ, ਪਰ ਅਸੀਂ ਗੁਰੂ ਦਾ ਦਵਾਰ ਛੱਡ ਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਹਾਂ। ਹਰਿਮੰਦਰ ਸਾਹਿਬ ਵੀ ਜਾਂਦੇ ਹਾਂ ਤੇ ਕੋਈ ਜਗ੍ਹਾ ਵੀ ਨਹੀਂ ਛੱਡਦੇ, ਫਲਾਣਾ ਬਾਬਾ ਬਹੁਤ ਜ਼ਿਆਦਾ ਹੈ, ਤੇ ਨਾਲ ਬੜਾ ਕੀ ਕਹਿਣਗੇ, ਆਹ ਜਿਹੜੇ ਸਾਡੇ ਗੁਰੂ ਨਾ ਇਹ ਤਾਂ ਥੋੜ੍ਹੇ ਸ਼ਾਂਤ ਹੈ, ਉਹ ਪੀਰ ਨਹੀਂ ਬਖਸ਼ਦੇ ਕਿਸੇ ਨੂੰ। ਮਤਲਬ ਗੁਰੂ ਦਾ ਦਰ ਛੱਡ ਕੇ ਤੇ ਪੀਰਾਂ ਨੂੰ ਜ਼ਿਆਦਾ ਮਹਾਨ ਮੰਨਿਆ ਹੈ। ਉਹ ਪੀਰ ਜਿਹੜੇ ਗੁਰੂ ਮਹਾਰਾਜ ਚਰਨਾਂ ਵਿੱਚ ਆਉਂਦੇ ਰਹੇ ਹੈ, ਸਾਈਂ ਮੀਆਂ ਮੀਰ ਜਿਹੜੇ ਭਗਤ ਹੋਏ ਹੈ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਹਮੇਸ਼ਾ ਹੀ ਨਮਸਕਾਰ ਕਰਦੇ ਹੈ। ਸਭ ਤੋਂ ਵੱਡਾ ਜਿਹੜਾ ਪੀਰਖਾਨਾ ਚੱਲਿਆ ਹੈ, ਜਿੱਥੋਂ ਪੀਰ ਫਕੀਰ ਚੱਲੇ ਹੈ ਸਾਧ ਸੰਗਤ ਜੀ, ਉਹਦੇ ਚੱਲੇ ਮੁਹੰਮਦ ਸਾਹਿਬ ਤੋਂ, ਤੇ ਉਹ ਮੁਹੰਮਦ ਸਾਹਿਬ ਜਿਹੜੇ ਹੈ ਉਹਨਾਂ ਦਾ ਮਦੀਨਾ ਦੇ ਵਿੱਚ ਕਬਰ ਹੈ, ਤੇ ਉੱਥੇ ਖੜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਈ ਹੋਈ ਹੈ। ਮੱਕਾ ਹੈ ਕਾਬਾ ਮੰਦਰ, ਉੱਥੇ ਖੜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਈ ਹੋਈ ਹੈ। ਉੱਥੋਂ ਦੇ ਮੁਸਲਿਮ ਧਰਮ ਚੱਲਿਆ ਹੈ, ਤੇ ਅਸੀਂ ਪਤਾ ਨਹੀਂ ਕਿਹੜੇ ਪੀਰ ਨੂੰ ਮੰਨਦੇ ਫਿਰਦੇ ਹਾਂ,
ਕਿਹੜਾ ਪੀਰ ਸਾਡਾ ਇੰਨਾ ਉੱਚਾ ਹੋ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ। ਮੁਹੰਮਦ ਸਾਹਿਬ ਜਿਹੜੇ ਪੈਗੰਬਰ ਹੈ ਇੰਨੀ ਕਰਨੀ ਵਾਲੇ, ਉਹਦੀ ਕਬਰ ਦੇ ਉੱਤੇ ਗੁਰੂ ਸਾਹਿਬ ਜੀ ਦੀ ਖੜਾਂ ਪਈ ਹੋਈ, ਅਤੇ ਹੋਰ ਉਹ ਤੋਂ ਵੱਡਾ ਕਿਹੜਾ ਪੀਰ ਹੋ ਗਿਆ। ਪਰ ਕੌਣ ਸਮਝਾਵੇ। ਚਲੋ ਜਿਹੜੇ ਨਹੀਂ ਹੈ ਸਿੱਖ ਧਰਮ ਨਾਲ ਸੰਬੰਧਕ, ਉਹਨਾਂ ਦੀ ਗੱਲ ਤਾਂ ਵੱਖਰੀ ਹੈ, ਪਰ ਜਿਹੜਾ ਹੋ ਕੇ ਸਿੱਖ ਗੁਰੂ ਦੇ ਸਥਾਨ 'ਤੇ ਵੀ ਆਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗਾਤਰਾ ਵੀ ਪਾਈ ਫਿਰੇ, ਅੰਮ੍ਰਿਤ ਵੀ ਛਕਿਆ ਹੋਵੇ, ਅਤੇ ਜਗ੍ਹਾ ਵੀ ਕੋਈ ਨਾ ਛੱਡੇ, ਦੱਸੋ ਉਹਦਾ ਕਿੱਥੇ ਭਲਾ ਹੋਊ। ਉਹਦਾ ਕੋਈ ਭਲਾ ਨਹੀਂ ਹੈ, ਉਹਦੇ ਦੋਗਲਾ ਹੈ। ਇੱਥੇ ਕਵੀ ਸਾਹਿਬ ਜੀ ਕਹਿ ਰਹੇ, ਮਹਾਰਾਜ ਤੁਹਾਡਾ ਐਸਾ ਸਰੂਪ ਮਹਾਨ ਹੈ ਕਿ ਮਹਾਰਾਜ ਮੈਂ ਤਾਂ ਸਾਰੀਆਂ ਆਸਾਂ ਤੋਂ ਹੀ ਪਰੇ ਹੋ ਗਿਆ, ਮੈਨੂੰ ਹੁਣ ਕਿਸੇ ਦੀ ਆਸ ਨਹੀਂ ਰਹੀ ਹੈ। ਹੇ ਕਲਗੀਧਰ ਪਿਤਾ ਜੀ, ਮੇਰੇ ਮਨ 'ਚ ਤੁਸੀਂ ਵਸ ਜਾਓ, ਮੈਨੂੰ ਤਾਂ ਤੁਹਾਡੀ ਹੀ ਆਸ ਹੈ। ਸਵਈਆ ਭੂਲ ਜੋ ਚੂਕ ਪਈ ਹਮ ਤੇ, ਭੂਲ ਜੋ ਚੂਕ ਪਈ ਹਮ ਤੇ ਗੁਰ। ਕਵੀ ਸਾਹਿਬ ਜੀ ਬੇਨਤੀ ਕਰਦੇ, ਮਹਾਰਾਜ ਜਿਹੜੇ ਕੋਈ ਸਾਡੇ ਕੋਲ ਭੁੱਲ ਕੋਈ ਚੁੱਕ, ਹੇ ਗੁਰੂ ਮਹਾਰਾਜ ਹੋ ਗਈ ਹੈ ਸਾਥੋਂ। ਭੁੱਲ ਜਿਹੜੀ ਹੁੰਦੀ ਵੱਡੀ ਗਲਤੀ, ਚੁੱਕ ਹੁੰਦੀ ਹੈ ਜਿਹੜੀ ਨਿੱਕੀ ਗਲਤੀ, ਉਕਾਈ ਛੋਟੀ ਗਲਤੀ। ਇਵੇਂ ਮਹਾਰਾਜ ਜਿਹੜੀ ਕੋਈ ਸਾਡੇ ਕੋਲ ਆ ਭੁੱਲ ਗਲਤੀ, ਕੋਈ ਵੱਡੀ ਗਲਤੀ ਛੋਟੀ ਗਲਤੀ ਹੋ ਗਈ ਹੈ, ਜਾਂ ਮਹਾਰਾਜ ਆ ਜਾਣੇ ਅਣਜਾਣੇ ਵਿੱਚ ਜੋ ਅਸੀਂ ਪਾਪ ਕਰ ਬੈਠੇ ਹਾਂ। ਕਿੰਕਰ ਸੋ ਤੁਮ ਤੇ ਬਖਸ਼ਾਵਤ। ਮੈਂ ਕਿੰਕਰ ਭਾਈ ਸੰਤੋਖ ਸਿੰਘ ਜੀ ਤੁਹਾਡਾ ਦਾਸ ਸੱਚੇ ਪਾਤਸ਼ਾਹ ਜੀ ਆਪਣੀਆਂ ਭੁੱਲਾਂ ਤੁਹਾਡੇ ਪਾਸੋਂ ਬਖਸ਼ਾਉਂਦਾ ਹਾਂ, ਬੇਨਤੀ ਕਰਦਾ ਬਖਸ਼ ਦਿਓ ਜੀ। ਲਾਜ ਰੱਖੋ ਨਿਜ ਨਾਮਹਿ ਕੀ। ਮਹਾਰਾਜ ਆਪਣੇ ਨਾਮ ਦੀ, ਆਪਣੇ ਬਿਰਦ ਦੀ, ਆਪਣੇ ਨਿਯਮ ਦੀ, ਆਪਣੇ ਪ੍ਰਣ ਦੀ ਲਾਜ ਰੱਖ ਲਓ ਜੀ। ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ। ਕਿਉਂਕਿ ਮੈਂ ਕਵੀ ਆਪ ਜੀ ਦਾ ਮਹਾਰਾਜ ਜੀ ਸਿੱਖ ਕਹਾਉਣਾ ਜਗਤ ਦੇ ਵਿੱਚ। ਮੈਨੂੰ ਲੋਕ ਕਹਿੰਦੇ ਆ ਇਹ ਸੰਤੋਖ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ। ਇਸ ਕਰਕੇ ਮਹਾਰਾਜ ਕੋਈ ਭੁੱਲ ਗਲਤੀ ਹੋ ਗਈ ਤਾਂ ਮੈਨੂੰ ਮਾफ़ ਕਰ ਦਿਓ। ਮਹਾਰਾਜ ਮੈਂ ਬਖਸ਼ਿਸ਼ ਆਪ ਜੀ ਤੋਂ ਮੰਗਦਾ ਹਾਂ। ਮੈਨੂੰ ਸਿੱਖ ਕਹਿੰਦੇ ਆ, ਮੈਂ ਕੋਈ ਉਪਾਧੀ ਕਰਾਂਗਾ, ਮੈਂ ਕੋਈ ਦੋਸ਼ ਕਰਾਂਗਾ ਤਾਂ ਲੋਕ ਗੁਰੂ ਮਹਾਰਾਜ ਤੁਹਾਡੇ 'ਤੇ ਉਂਗਲ ਕਰਨਗੇ। ਮੈਂ ਮਹਾਰਾਜ ਆਪ ਜੀ ਦਾ ਸਿੱਖ ਹਾਂ। ਸਿੱਖ ਹੋਣ ਦੇ ਨਾਂ 'ਤੇ ਮੇਰਾ ਨਾਮ ਸਿੰਘ ਲੱਗਦਾ ਹੈ ਮਹਾਰਾਜ। ਉਸ ਸਿੰਘ ਨਾਮ ਦੀ ਲਾਜ ਰੱਖੋ, ਕਿਉਂਕਿ ਜਗਤ ਵਿੱਚ ਤੁਹਾਡਾ ਸਿੱਖ ਵੱਜਦਾ ਹਾਂ। ਤੂੰ ਬਖਸ਼ੰਦ ਸਦਾ ਸੁਖਦਾਇਕ। ਤੁਸੀਂ ਬਖਸ਼ਿੰਦ ਹੋ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਹਾਰਾਜ ਤੁਸੀਂ ਬਖਸ਼ਣ ਵਾਲੇ ਹੋ, ਸੁੱਖਾਂ ਨੂੰ ਦੇਣ ਵਾਲੇ ਹੋ, ਆਪ ਬਖਸ਼ ਲਓ ਜੀ, ਸੁੱਖ ਦੇ ਦਿਓ ਜੀ ਸਦਾ ਵਾਸਤੇ। ਮੋਹ ਮਨ ਨਾਹੇ ਬਿਖੈ ਛੁਟਕਾਵਤ। ਕਿਉਂਕਿ ਜਿਹੜਾ ਮੇਰਾ ਮਨ ਹੈ ਮਹਾਰਾਜ ਵਿਸ਼ੇ ਨਹੀਂ ਛੱਡਦਾ। ਇਹ ਮਹਾਰਾਜ ਇਹ ਅੱਖਾਂ ਨਾਲ ਰੂਪ ਵੇਖਣਾ ਨਹੀਂ ਛੱਡਦਾ, ਕੰਨਾਂ ਨਾਲ ਮੰਦਾ ਚੰਗਾ ਸੋਨਾ ਨਹੀਂ ਛੱਡਦਾ। ਇਹ ਜ਼ੁਬਾਨ ਜਿਹੜੀ ਹੈ ਖਾਣੋਂ ਨਹੀਂ ਹਟਦੀ ਚੰਗਾ ਮਿੱਠਾ। ਇਹ ਕਹਿੰਦੀ ਮੈਂ ਆਹ ਖਾਣਾ, ਮੈਂ ਉਹ ਖਾਣਾ ਹੈ। ਇਹ ਚਮੜੀ ਹਟਦੀ ਨਹੀਂ ਹੈ ਸਪਰਸ਼ ਕਰਨੋਂ। ਇਹ ਜਿਹੜੀ ਰਸਨਾ ਹੈ, ਇਹ ਜਿਹੜੇ ਕੰਨ ਹੈ, ਇਹ ਜਿਹੜਾ ਨੱਕ ਹੈ, ਇਹ ਮਹਾਰਾਜ ਸੁਗੰਧੀ ਲੈਂਦਾ ਮਨ ਸਵੰਨੀ। ਇਹ ਜਿਹੜੇ 5 ਗਿਆਨ ਇੰਦਰੇ ਹੈ, 5 ਜਿਹੜੇ ਕਰਮ ਇੰਦਰੇ ਹੈ ਮਹਾਰਾਜ, ਇਹ ਵਿਸ਼ਿਆਂ 'ਚ ਲੱਗੇ ਹੋਏ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ਿਆਂ ਨੂੰ ਮੇਰਾ ਮਨ ਮਹਾਰਾਜ ਛੱਡਦਾ ਨਹੀਂ ਹੈ। ਮੇਰਾ ਮਨ ਕਦੇ ਅੰਤਰਮੁਖ ਨਹੀਂ ਹੁੰਦਾ। ਲੋਹੋ ਤੇ ਹੇਮ ਅਰਿੰਡ ਤੇ ਚੰਦਨਾ। ਗੁਰੂ ਮਹਾਰਾਜ ਮੈਂ ਤੇ ਐਸਾ ਸੁਣਿਆ, ਐਸਾ ਜਾਣਾ ਹੈ, ਤੁਸੀਂ ਲੋਹ ਤੋਂ ਸੋਨਾ ਕਰ ਦੇਣ ਵਾਲੇ ਹੋ। ਤੁਸੀਂ ਅਰੰਡ ਜਿਹੜਾ ਢਾਕ ਬਲਾਸ ਦਾ ਰੁੱਖ ਨਿਕੰਮਾ, ਉਹਨੂੰ ਬਾਵਣ ਦਾ ਰੂਪ ਕਰ ਦੇਣ ਵਾਲੇ, ਯਾਨੀ ਸੰਭਵ ਨੂੰ ਤੁਸੀਂ ਅਸੰਭਵ ਕਰ ਦੇਣ ਵਾਲੇ ਹੋ, ਅਸੰਭਵ ਨੂੰ ਤੁਸੀਂ ਸੰਭਵ ਕਰ ਦੇਣ ਵਾਲੇ ਹੋ। ਜਿਹੜਾ ਸੌਖਾ ਤਰੀਕਾ ਉਹਨੂੰ ਤੁਸੀਂ ਕਠਿਨ ਕਰ ਦੇਣ ਵਾਲੇ ਹੋ, ਜਿਹੜਾ ਕਠਿਨ ਹੈ ਉਹਨੂੰ ਸੌਖਾ ਕਰ ਦੇਣ ਵਾਲੇ ਹੋ। ਸੱਚੇ ਪਾਤਸ਼ਾਹ ਜੀ ਜਿਹੜੇ ਅਸੀਂ ਲੋਹੇ ਵਰਗੇ ਹਾਂ, ਕਠੋਰ ਸਖਤ। ਜਿਵੇਂ ਲੋਹਾ ਕਾਲਾ ਹੈ ਮਹਾਰਾਜ ਅਸੀਂ ਦਿਲ ਦੇ ਕਾਲੇ ਹਾਂ, ਜਿਵੇਂ ਲੋਹਾ ਸਖਤ ਹੈ ਸੱਚੇ ਪਾਤਸ਼ਾਹ ਅਸੀਂ ਚਿੱਤ ਦੇ ਕਠੋਰ ਹਾਂ, ਸਖਤ ਹਾਂ, ਸਾਨੂੰ ਲੱਗਦੀ ਹੀ ਨਹੀਂ ਹੈ। ਜਿਵੇਂ ਲੋਹੇ ਨੂੰ ਜੰਗਾਲ ਲੱਗਦਾ ਹੈ, ਸਾਨੂੰ ਪਾਪਾਂ ਰੂਪੀ ਜੰਗਾਲ ਲੱਗਾ ਹੋਇਆ ਮਹਾਰਾਜ। ਜਿਵੇਂ ਲੋਹਾ ਧੁੱਪ ਵਿੱਚ ਤਪਦਾ ਹੈ,
ਅਸੀਂ ਵਿਕਾਰਾਂ ਕਰਕੇ ਤਪਦੇ ਹਾਂ। ਸੱਚੇ ਪਾਤਸ਼ਾਹ ਜੀ ਆਪ ਜੀ ਲੋਹੇ ਤੋਂ ਸੋਨਾ ਕਰ ਦੇਣ ਵਾਲਿਓ, ਚਮਕੀਲਾ ਕਰ ਦੇਣ ਵਾਲਿਓ, ਢਾਲ ਕੇ ਰੱਖ ਦੇਣ ਵਾਲਿਓ ਦਇਆ ਵਿੱਚ, ਅਤੇ ਕੀਮਤ ਪਵਾ ਦੇਣ ਵਾਲਿਓ, ਐਸਾ ਲੋਹੇ ਤੋਂ ਸੋਨਾ ਕਰ ਦਿਓ। ਇਹ ਰੰਡ ਤੋਂ ਜਿਹੜਾ ਕਹੀਏ ਢਾਕ ਬਲਾਸ ਹੈ ਸ਼ਿਸ਼ਰਾ, ਇਹ ਬਾਵਣ ਜੋ ਚੰਦਨ ਹੈ, ਚੰਦਨ ਦੇ ਨੇੜੇ ਰਹਿੰਦਾ ਇਰੰਡ, ਇੱਕ ਇਰੰਡ ਇੱਕ ਵਾਂਸ। ਇਹਨਾਂ ਦੋਵਾਂ ਨੂੰ ਸਾਧ ਸੰਗਤ ਜੀ ਚੰਦਨ ਦੀ ਲਾਗ ਨਹੀਂ ਲੱਗਦੀ। ਲਾਗ ਕੀ ਨਹੀਂ ਲੱਗਦੀ? ਚੰਦਨ ਦੇ ਲਾਗੇ ਲਾਗੇ ਵਸਣ ਵਾਲੇ ਜਿਹੜੇ ਜਿੰਨੇ ਰੁੱਖ ਹੈ ਉਹ ਸਾਰੇ ਚੰਦਨ ਦਾ ਰੂਪ ਹੋ ਜਾਂਦੇ, ਸੁਗੰਧੀ ਛੱਡਣ ਲੱਗ ਪੈਂਦੇ, ਉਹਨਾਂ ਦੀ ਲੱਕੜ ਦਾ ਵੀ ਮੁੱਲ ਪੈ ਜਾਂਦਾ ਹੈ। ਪਰ ਜਿਹੜਾ ਇਰੰਡ ਅਤੇ ਢਾਕ ਬਲਾਸ ਅਤੇ ਜਿਹੜਾ ਵਾਂਸ ਹੈ ਇਹਨੂੰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਰਾਜ ਜਿਵੇਂ ਉਹ ਰੰਡ ਦੀ ਲੱਕੜ ਦਾ ਕੋਈ ਮੁੱਲ ਨਹੀਂ ਹੈ, ਉਹ ਪੋਲੀ ਹੈ, ਕੋਈ ਲੱਕੜ ਦਾ ਕੁਝ ਬਣਦਾ ਨਹੀਂ, ਕੋਈ ਕੁੱਲੀ, ਕੋਈ ਬਾਰੀ, ਕੁਝ ਕੰਮ ਨਹੀਂ ਆਉਂਦੀ, ਪਰ ਆਪ ਜੀ ਉਸ ਰੰਡ ਨੂੰ ਬਾਵਣ ਦਾ ਰੂਪ ਕਰ ਦੇਣ ਵਾਲੇ, ਬਾਵਣ ਚੰਦਨ ਬੜਾ ਕੀਮਤੀ ਕਰ ਦੇਣ ਵਾਲੇ, ਕਰੋੜਾਂ ਕਰੋੜ ਮੁੱਲ ਪਵਾ ਦੇਣ ਵਾਲੇ ਉਹ। ਅਸੀਂ ਜਿਹੜੇ ਪੋਲੇ ਹਾਂ ਤੁਹਾਡੀ ਸਿੱਖਿਆ ਤੋਂ, ਜਿਹੜਾ ਕਿਸੇ ਕੰਮ ਨਹੀਂ ਆਉਣ ਵਾਲੇ ਨਿਕੰਮੇ ਨਕਾਰੇ ਹਾਂ, ਸੱਚੇ ਪਾਤਸ਼ਾਹ ਜੀ ਸਾਨੂੰ ਬਾਵਣ ਰੂਪ ਭਾਵ ਭਗਤੀ ਦੀਆਂ ਸੁਗੰਧੀਆਂ ਬਖਸ਼ ਕੇ ਚੰਦਨ ਰੂਪ ਕਰ ਦਿਓ ਜੀ। ਮਾਨੁਖ ਤੇ ਸੁਰ ਤੂੰ ਹੀ ਬਣਾਵਤ, ਕਿਉਂਕਿ ਅਸਾਂ ਨੇ ਜਾਣਿਆ ਹੈ ਕਿ ਮਨੁੱਖ ਤੋਂ ਦੇਵਤੇ ਕਰਨ ਵਾਲੇ ਤੁਸੀਂ ਹੀ ਹੋ। ਤੁਹਾਨੂੰ ਮਨੁੱਖ ਤੋਂ ਜਿਹੜਾ ਹੈ ਦੇਵਤਾ ਕਰਨ ਵਾਲਾ ਅਸਾਂ ਨੇ ਸੁਣਿਆ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਸ ਗੁਰੂ ਮਹਾਰਾਜ ਜੀ ਤੋਂ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਦਿਨ ਦਿਨ ਸਦਾ ਸਦਾ ਵਾਸਤੇ। ਜਿਸ ਗੁਰੂ ਮਹਾਰਾਜ ਨੇ ਆ ਮਨੁੱਖਾਂ ਵਰਗੇ ਜਿਹੜੇ ਮਨੁੱਖ ਸੀ ਆਮ ਲੋਕ, ਉਹਨਾਂ ਨੂੰ ਦੇਵਤਿਆਂ ਵਰਗੇ ਕਰ ਦਿੱਤਾ ਹੈ। ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਸੀ ਉਹਨਾਂ ਨੂੰ ਦੈਵੀ ਗੁਣਾਂ ਵਾਲੇ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਸਤ ਸੰਤੋਖ ਦਇਆ ਧਰਮ ਵਿਵੇਕ ਵਿਚਾਰ ਖਟ ਸੰਪਤੀ ਤਤਵੰਗ ਦਾ ਸੋਧਨ ਇਹ ਗੁਣਾਂ ਵਿੱਚ ਬਖਸ਼ ਦੇਣ ਵਾਲੇ ਹੋ। ਮਨੁੱਖਾਂ ਨੂੰ ਦੇਵਤੇ ਕਰਨ ਵਾਲੇ ਹੋ, ਮਨੁੱਖਾਂ ਤੋਂ ਦੇਵਤੇ ਬਣਾ ਦੇਣ ਵਾਲੇ ਹੋ। ਗੁਰੂ ਗੋਬਿੰਦ ਸਿੰਘ ਜੀ ਆ ਮੇਰੇ ਤੇ ਵੀ ਐਸੀ ਕਿਰਪਾ ਕਰ ਦਿਓ ਜੀ। ਕਬਿਤ ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ। ਗੁਰੂ ਸਾਹਿਬ ਮਹਾਰਾਜ ਦੀ ਕਵੀ ਸਾਹਿਬ ਜੀ ਹੋਰ ਮਹਿਮਾ ਕਰ ਰਹੇ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸੁੰਦਰਤਾ ਦਾ ਤੇ ਸਾਲ ਕਹੀਏ ਘਰ ਹੋ ਆਪ, ਤੇ ਕਰ ਨਾਮ ਹੱਥਾਂ ਦਾ ਹੁੰਦਾ। ਇੱਥੇ ਪ੍ਰਕਰਣ ਮੁਤਾਬਕ ਵੀ ਗੁਰੂ ਜੀ ਅਵਤਾਰ ਹੀ ਹੈ ਨਾ, ਅਵਤਾਰੀ ਹੈ, ਅਵਤਾਰ ਹੈ, ਇਸ ਕਰਕੇ ਬਾਹਾਂ ਦਾ ਵਾਚਕ ਲੈਣਾ ਹੈ ਕਿ ਮਹਾਰਾਜ ਆਪ ਜੀ ਦੀਆਂ ਜਿਹੜੀਆਂ ਸੁੰਦਰ ਬਾਜੂਆਂ ਹੈ, ਭੁਜਦੰਡ ਹੈ, ਉਹ ਸੁੰਦਰਤਾ ਦਾ ਘਰ ਹੈ। ਫਿਰ ਕਰਬ ਵਿਸਾਲ ਕਰ, ਕਰਬ ਕੁਮਾਰ ਹਾਥੀ, ਹਾਥੀ ਦਾ ਬੱਚਾ ਬੜਾ ਸੁੰਦਰ ਹੁੰਦਾ ਹੈ। ਮਹਾਰਾਜ ਜਿਵੇਂ ਹਾਥੀ ਦੀ ਸੁੰਡ ਬੜੀ ਸੁੰਦਰ ਹੁੰਦੀ ਹੈ ਨਾ, ਲੰਮੀ ਹੁੰਦੀ ਹੈ ਹਾਥੀ ਦੇ ਬੱਚੇ ਦੀ, ਇਵੇਂ ਆਪ ਜੀ ਦੀਆਂ ਜਿਹੜੀਆਂ ਬਾਹਾਂ ਹੈ ਉਹ ਬੜੀਆਂ ਸੁੰਦਰਤਾ ਦਾ ਘਰ ਹਨ। ਕਰ ਮਤ ਚਾਲ ਤਰ ਤੁਰਕਨ ਤੋਰੀਆ। ਤੇ ਆਪ ਜੀ ਦੇ ਜਿਹੜੇ ਸਾਧ ਸੰਗਤ ਜਿਹੜੇ ਅਵਤਾਰ ਹੁੰਦੇ ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਵੀ ਉਹਨਾਂ ਦੇ ਜਿਹੜੀਆਂ ਬਾਹਾਂ ਉਹ ਬੜੀਆਂ ਲੰਮੀਆਂ ਹੁੰਦੀਆਂ। ਸਾਰੇ ਅਵਤਾਰਾਂ ਦੇ ਸਰੀਰ ਐਸਾ ਹੁੰਦਾ, ਬਾਹਾਂ ਬਹੁਤ ਲੰਮੀਆਂ ਹੁੰਦੀਆਂ, ਜਿਹੜਾ ਮੁਖੜਾ ਬੜਾ ਸੁੰਦਰ ਹੁੰਦਾ ਹੈ। ਇੱਥੇ ਕਵੀ ਸਾਹਿਬ ਜੀ ਕਹਿ ਰਹੇ ਮਹਾਰਾਜ ਕਰੀ ਕਹੀਏ ਜਿਹੜਾ ਹਾਥੀ ਹੈ, ਜਿਵੇਂ ਹਾਥੀ ਦਾ ਬੱਚਾ ਜਾਂ ਹਾਥੀ ਬੜੀ ਮਸਤ ਚਾਲ 'ਚ ਚੱਲਦਾ ਹੈ ਅਤੇ ਉਹ ਰੁੱਖਾਂ ਨੂੰ ਤੋੜੀ ਜਾਂਦਾ ਹੈ, ਇਸੇ ਤਰ੍ਹਾਂ ਹਾਥੀ ਦੀ ਚਾਲ ਵਿੱਚ ਆਪ ਚੱਲ ਕੇ ਬੜੇ ਮਸਤ ਸੁਭਾਅ ਨਾਲ ਜਿਹੜਾ ਤੁਰਕਾਂ ਰੂਪੀ ਰੁੱਖ ਹੈ, ਔਰੰਗਜ਼ੇਬ ਹੋਣੀ ਰੁੱਖ ਦੀ ਨਿਆਈ, ਉਹਨਾਂ ਨੂੰ ਆਪ ਜੀ ਨੇ ਜੜੋਂ ਹੀ ਪੁੱਟ ਛੱਡਿਆ, ਤੋੜ ਦਿੱਤਾ ਹੈ। ਹਿੰਦ ਅਵਲੰਬ ਤਾਰੇ ਪਵ ਨਿਧ ਅੰਬ ਸਭ। ਜੋ ਹਿੰਦੂਆਂ ਨੇ ਆਪ ਜੀ ਦਾ ਅਵਲੰਬ ਕਹੀਏ ਆਸਰਾ ਤੱਕਿਆ, ਜੋ ਆਪ ਜੀ ਦੇ ਆਸਰੇ ਹੋਏ ਹੈ, ਆਪ ਜੀ ਨੇ ਉਹਨਾਂ ਨੂੰ ਭਵ ਨਿਧ ਜੋ ਸੰਸਾਰ ਸਮੁੰਦਰ ਹੈ ਜਿਹਦੇ ਵਿੱਚ ਅੰਬ ਕਹੀਏ ਪਾਣੀ ਭਰਿਆ ਹੈ ਮੁਸੀਬਤਾਂ ਦਾ, ਤਕਲੀਫਾਂ ਦਾ, ਬੜੇ ਜਿਹੜੇ ਪਰੇਸ਼ਾਨ ਸੀ ਵਿਚਾਰੇ, ਜਿਨ੍ਹਾਂ ਨੂੰ ਬੜਾ ਤੰਗ ਕੀਤਾ ਜਾ ਰਿਹਾ ਸੀ, ਬਹੂ ਬੇਟੀਆਂ ਨੂੰ ਜ਼ਬਰਦਸਤੀ ਜਿਹੜਾ ਮੁਸਲਮਾਨ ਬਣਾਇਆ ਜਾ ਰਿਹਾ ਸੀ ਹਿੰਦੂਆਂ ਨੂੰ,
ਉਹ ਹਿੰਦ ਜਿਹੜੇ ਆਪ ਜੀ ਦੇ ਅਵਲੰਬ ਕਹੀਏ ਆਸਰੇ ਵਿੱਚ ਆ ਗਏ ਹੈ, ਉਹਨਾਂ ਨੂੰ ਆਪ ਨੇ ਸੰਸਾਰ ਸਮੁੰਦਰ ਦੀਆਂ ਤਕਲੀਫਾਂ ਮੁਸੀਬਤਾਂ ਤੋਂ, ਇਸ ਪਾਣੀ ਤੋਂ ਸੱਚੇ ਪਾਤਸ਼ਾਹ ਜੀ ਆ ਬਚਾ ਲਿਆ ਹੈ ਤੇ ਤਾਰ ਦਿੱਤਾ ਹੈ। ਦੁਸ਼ਟਨ ਡੰਡ ਹਰ ਰੂਪ ਗੁਰ ਮੋਰੀਆ। ਮਹਾਰਾਜ ਤੁਸੀਂ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਹੋ, ਦੁਸ਼ਟਾਂ ਦੇ ਆਹੂ ਲਾਉਣ ਵਾਲੇ ਹੋ, ਹਰੀ ਦਾ ਰੂਪ ਹੋ, ਪਰਮੇਸ਼ਰ ਰੂਪ ਹੋ ਤੇ ਮੇਰੇ ਤੁਸੀਂ ਗੁਰੂ ਹੋ। ਕਿੰਕਰ ਉਤਾਰ ਪਾਰ ਦੀਜੀਏ ਦਿਦਾਰ ਨਿਜ। ਮਹਾਰਾਜ ਮੈਨੂੰ ਕਿੰਕਰ ਕਹੀ ਆਪਣੇ ਦਾਸ, ਆਪਣੇ ਸੇਵਕ, ਆਪਣੇ ਚਾਕਰ ਭਾਈ ਸੰਤੋਖ ਸਿੰਘ ਜੀ ਨੂੰ ਆ ਉਤਾਰ ਦਿਓ ਮਹਾਰਾਜ, ਆਪਣੇ ਚਰਨਾਂ ਦਾ ਸਹਾਰਾ ਦੇ ਕੇ, ਕਿਉਂਕਿ ਆਪ ਜਹਾਜ਼ ਵਾਤੋਂ ਪਾਰ ਕਰ ਦੀਜੀਏ, ਪਾਰ ਕਰ ਦਿਓ ਸੱਚੇ ਪਾਤਸ਼ਾਹ ਜੀ। ਆਪਣਾ ਜਿਹੜਾ ਮਹਾਨ ਆਪਣਾ ਦਰਸ਼ਨ ਹੈ, ਜਿਸ ਦਰਸ਼ਨ ਨੂੰ ਕੀਤਿਆਂ ਜਨਮ ਮਰਨ ਕੱਟਿਆ ਜਾਂਦਾ ਹੈ, ਉਹ ਦਰਸ਼ਨ ਦੇ ਦੀਏ ਜੀ। ਲਾਗੀ ਤੇਰੇ ਨਾਮ ਤਾਰ ਸ਼ੋਰੀਆ ਸਹੋਰੀਆ। ਮੇਰੀ ਜਿਹੜੀ ਲਿਵ ਹੈ, ਜਿਹੜੀ ਮੇਰੀ ਤਾਰ, ਮੇਰੀ ਡੋਰ, ਮੇਰੀ ਜਿਹੜੀ ਬਿਰਤੀ ਹੈ ਮਹਾਰਾਜ, ਉਹ ਆਪ ਜੀ ਦੇ ਨਾਮ ਨਾਲ ਲੱਗੀ ਹੈ। ਆਪ ਜੀ ਦੇ ਨਾਮ ਦੇ ਵਿੱਚ ਮੇਰੀ ਲਿਵ ਲੱਗ ਗਈ ਹੈ। ਮੈਂ ਹੋਰਨਾਂ ਦੇਵੀ ਦੇਵਤਿਆਂ ਦੀ, ਪੈਗੰਬਰਾਂ ਦੀ, ਹੋਰਨਾਂ ਲੋਕਾਂ ਦੀ, ਹੋਰ ਝੂਠਿਆਂ ਪਖੰਡੀਆਂ ਦੀ ਆਸ ਬਿਲਕੁਲ ਛੱਡ ਦਿੱਤੀ ਹੈ। ਕਵੀ ਸਾਹਿਬ ਜੀ ਦਾ ਐਸਾ ਭਾਈ ਗੁਰੂ ਜੀ ਤੇ ਨਿਸ਼ਚਾ ਹੈ। ਪਰਿਓ ਦਰਬਾਰ ਸਭੈ ਥਾਵ ਨਿਰਧਾਰ ਕਰ। ਮਹਾਰਾਜ ਮੈਂ ਚੰਗੀ ਤਰ੍ਹਾਂ ਨਿਰਣਾ ਕਰਕੇ, ਧੱਕੇ ਧੌੜੇ ਖਾ ਕੇ, ਇੱਧਰ ਉੱਧਰ ਫਿਰ ਕੇ ਅਖੀਰੀ ਆਪ ਜੀ ਦੇ ਦਰਬਾਰ ਉੱਤੇ ਆ ਪਿਆ ਹਾਂ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ। ਮਹਾਰਾਜ ਤੁਹਾਡਾ ਦੁਆਰ ਪਕੜ ਲਿਆ ਹੈ, ਹੁਣ ਤੇ ਤੁਹਾਨੂੰ ਲੱਜਿਆ ਹੈ। ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਨੂੰ ਪਾਰ ਕਰ ਦਈਏ, ਕਿਉਂਕਿ ਮੈਂ ਸਭ ਨਿਰਣਾ ਕਰਕੇ ਫਿਰ ਤੁਰ ਕੇ ਤੁਹਾਡੇ ਦਰਬਾਰ 'ਤੇ ਆ ਢਹਿ ਪਿਆ ਹਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਹੋ ਵਡਿਆਈ। ਮਹਾਰਾਜ ਤੁਹਾਡੀ ਇਹ ਵਡਿਆਈ ਮੈਨੂੰ ਮੇਲ ਲਓ ਜੀ। ਮੁਖ ਕੇ ਉਧਾਰ ਤੁਮ ਨਮੋ ਕਰ ਜੋਰੀਆ। ਆਪ ਮੁਕਤੀ ਦੇ ਦਾਤੇ ਹੋ, ਬੜੇ ਸਖੀ ਦਾਤੇ ਹੋ, ਦਾਤੇ ਹੋ ਮਹਾਨ, ਭਿਖਾਰੀਆਂ ਨੂੰ ਰਾਜੇ ਕਰ ਦੇਣ ਵਾਲੇ ਹੋ। ਤੇ ਨਮੋ ਕਰ ਜੋਰੀਆ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਗੁਰੂ ਜੀ ਅਨਕ ਵਾਰ ਹੀ ਬੰਦਨਾ ਕਰਦਾ, ਨਮਸਕਾਰ ਕਰਦਾ। ਢਹਿ ਢਹਿ ਕੇ ਡਿੱਗਦਾ ਹਾਂ, ਮੱਥਾ ਟੇਕਦਾ ਹਾਂ, ਫਿਰ ਖੜਾ ਹੁੰਦਾ ਹਾਂ, ਮੱਥਾ ਟੇਕਦਾ ਹਾਂ, ਫਿਰ ਖੜਾ ਹੁੰਦਾ ਹਾਂ, ਥੱਕਦਾ ਨਹੀਂ ਹਾਂ ਮਹਾਰਾਜ, ਆਪ ਜੀ ਨਮਸਕਾਰ ਕਰਦਾ ਹਾਂ। ਇਵੇਂ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਤੋਂ ਮਹਾਨ ਮਹਿਮਾ ਕਰਦੇ ਹੋਏ ਕਿ ਦਸੋਂ ਪਿਤਾ ਗੁਰੂ ਜੀ ਐਸੇ ਮਹਾਨ ਹੈ ਭਾਈ, ਜਿਨ੍ਹਾਂ ਦਾ ਸਰੂਪ ਦਾ ਮੈਂ ਤੁਹਾਨੂੰ ਕਥਨ ਕਰਕੇ ਦੱਸਿਆ ਹੈ। ਐਸੇ ਗੁਰਾਂ ਦੀ ਆਸ ਛੱਡ ਕੇ ਕਿਤੇ ਹੋਰ ਪਾਸੇ ਮੈਂ ਨਹੀਂ ਜਾਂਦਾ। ਇਹ ਖਾਲਸਾ ਪੰਥ ਜੀ ਗੁਰੂ ਦਾ ਆਸਰਾ ਛੱਡ ਕੇ ਕਿਸੇ ਦੂਜੇ ਦੇ ਪਾਸੇ ਨਾ ਜਾਇਓ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵਰਗਾ ਕੋਈ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ। ਇਹ ਭਾਈ ਜੇ ਤੂੰ ਸਿੱਖ ਹੈ, ਫਿਰ ਗੁਰੂ ਦੀ ਸ਼ਰਨ ਛੱਡ ਕੇ ਹੋਰਨਾਂ ਦਾ ਜਿਹੜਾ ਆਸਰਾ ਤੱਕਦਾ ਫਿਰਦਾ ਹੈ ਦੁਨਿਆਵੀ ਸੁੱਖਾਂ ਵਾਸਤੇ, ਉਹ ਤੂੰ ਛੱਡ ਦੇ। ਕਿਉਂਕਿ ਮੋਖ ਕੇ ਉਦਾਰ, ਮੁਕਤੀ ਦੇ ਜਿਹੜੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈ। ਤੂੰ ਕਿਸੇ ਦੇਵੀ ਦੇਵਤੇ ਪੈਗੰਬਰ ਨੂੰ ਮੰਨੇਗਾ ਤਾਂ ਤੈਨੂੰ ਸਵਰਗ ਦੀ ਪ੍ਰਾਪਤੀ ਹੋ ਸਕਦੀ ਹੈ, ਤੈਨੂੰ ਇਹ ਦੁਨਿਆਵੀ ਸੁੱਖ ਮਿਲ ਸਕਦੇ ਹੈ। ਪਰ ਇਹ ਦੁਨਿਆਵੀ ਸੁੱਖ ਜੇ ਤੂੰ ਪੁੱਤ ਮੰਗਦਾ ਹੈ ਤਾਂ ਪੁੱਤ ਨੇ ਕਿੰਨਾ ਚਿਰ ਰਹਿਣਾ ਹੈ, ਜਾਂ ਪੁੱਤ ਦਾ ਸੁੱਖ ਤੂੰ ਕਿੰਨਾ ਚਿਰ ਵੇਖਣਾ ਹੈ। ਜੇ ਤੂੰ ਘਰ ਚੰਗਾ ਮੰਗਦਾ ਹੈ ਅਤੇ ਘਰ ਹੋ ਸਕਦਾ ਵੀ ਘਰ ਬਣੇ ਅਤੇ ਮੁੜ ਕੇ ਤੂੰ ਨਾ ਰਹੇ, ਕਿੰਨਾ ਚਿਰ ਸੁੱਖ ਰਹਿਣਾ ਹੈ। ਇਹ ਦੁਨਿਆਵੀ ਚੀਜ਼ਾਂ ਦੇ ਸੁੱਖ ਨਹੀਂ ਹੈ। ਅਸਲ ਸੁੱਖ ਜੋ ਮੁਕਤੀ ਦਾ ਦਾਤੇ ਹੈ ਗੁਰੂ ਜੀ, ਉਹ ਮੁਕਤੀ ਤੂੰ ਪ੍ਰਾਪਤ ਕਰ ਸਕਦਾ ਹੈ, ਪਰ ਗੁਰਾਂ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਰਨ ਲੈ, ਜਿਸ ਕਰਕੇ ਭਾਈ ਤੇਰਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਦਾ ਮੰਗਲ ਅਤੇ ਖਾਲਸੇ ਦੀ ਮਹਿਮਾ ਦੇ ਮੰਗਲ ਜੋ ਕਵੀ ਸਾਹਿਬ ਜੀ ਨੇ ਕੀਤੇ ਹੈ, ਇਹ ਗੁਰੂ ਸਾਹਿਬਾਨਾਂ ਦੇ ਮੰਗਲਾਂ ਦੀ ਸਮਾਪਤੀ ਹੋ ਗਈ ਹੈ। ਅੱਗੇ ਕਵੀ ਸਾਹਿਬ ਜੀ ਨੇ ਆਪਣੇ ਵਿਦਿਆ ਗੁਰੂ ਭਾਈ ਸੰਤ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਮੁਖੀ ਰਹੇ ਹੈ, ਉਹਨਾਂ ਪਾਸੋਂ ਵਿਦਿਆ ਪ੍ਰਾਪਤ ਕੀਤੀ ਸੀ। ਉਹਨਾਂ ਦੀ ਮਹਾਨਤਾ ਦਾ, ਉਹਨਾਂ ਦਾ ਨਾਮ ਲੈ ਕੇ ਕਿ ਮੇਰੇ ਵਿਦਿਆ ਗੁਰੂ ਕੌਣ ਹੈ, ਕੈਸੀ ਕਰਨੀ ਵਾਲੇ ਹੈ, ਉਹਨਾਂ ਦਾ ਮੰਗਲ ਕਵੀ ਸਾਹਿਬ ਜੀ ਕਰਨਗੇ। ਬਾਅਦ ਵਿੱਚ
ਜੋ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਤੋਂ ਪੰਜਾਂ ਪਿਆਰਿਆਂ ਪਾਸੋਂ ਨਾਮ ਦੀ ਪ੍ਰਾਪਤੀ ਕੀਤੀ, ਵਾਹਿਗੁਰੂ ਮੰਤਰ ਲਿਆ, ਉਸ ਵਾਹਿਗੁਰੂ ਮੰਤਰ ਦੇ ਅਰਥ, ਉਹ ਵਾਹਿਗੁਰੂ ਨਾਮ ਦੀ ਮਹਿਮਾ ਜੁਗਾਂ ਜੁਗਾਂ ਦੀ ਕਰਕੇ ਕਵੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਆਰੰਭ ਕਰਨਗੇ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਪਰਿਓ ਦਰਬਾਰ ਸਭੈ ਥਾਵ ਨਿਰਧਾਰ ਕਰ, ਮੋਖ ਕੇ ਉਧਾਰ ਤੁਮ ਨਮੋ ਕਰ ਜੋਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹੈ ਵੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰਿ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।